ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਜੋ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਕਰਕੇ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਜੀ ਮਿਹਰ ਕਰਨ, ਆਪਣਾ ਬਖਸ਼ਿਸ਼ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਈਏ ਮਹੱਲੇ ਚੌਥੇ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਗੁਰ ਬਿਨ ਘੋਰ ਅੰਧਾਰ। ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ। ਗੁਰੂ ਬਿਨ ਮੁਕਤ ਨਾ ਪਾਵੈ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਭੱਟ ਨਾਲਿਓ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸਵਈਏ ਮਹੱਲੇ ਚੌਥੇ ਕੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1399 ਔਰ 1400 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਭੱਟ ਜੀ ਜ਼ਿਕਰ ਕਰ ਰਹੇ ਨੇ, ਉਹਨਾਂ ਦੇ ਵਿੱਚ ਸਾਡੇ ਜੀਵਨ ਦੇ ਅੰਦਰ ਗੁਰੂ ਦੀ ਮਹੱਤਤਾ ਉਹਨੂੰ ਦਰਸਾਇਆ ਔਰ ਕਿਸ ਤਰੀਕੇ ਦੇ ਨਾਲ ਗੁਰੂ ਤੋਂ ਬਿਨਾਂ ਸਾਡਾ ਜੀਵਨ ਹਨੇਰੇ ਦੇ ਅੰਦਰ ਭਰਮ ਦੇ ਵਿੱਚ ਉਹ ਗੁਜ਼ਰ ਰਿਹਾ।
ਜਾਂ ਇਉਂ ਕਹਿ ਲਓ ਵੀ ਅੱਜ ਭੱਟ ਜੀ ਸਾਨੂੰ ਸਾਡੇ ਜੀਵਨ ਦੇ ਅੰਦਰ ਅਸੀਂ ਕਿਵੇਂ ਚਾਨਣ ਦੇ ਨਾਲ ਆਪਣਾ ਜੀਵਨ ਜਿਹੜਾ ਉਹਨੂੰ ਸਵਾਰ ਸਕਦੇ ਹਾਂ, ਸ਼ਿੰਗਾਰ ਸਕਦੇ ਹਾਂ। ਉਹ ਚਾਨਣ ਮਿਲਣਾ ਕਿੱਥੋਂ ਹੈ, ਕਿਵੇਂ ਪ੍ਰਾਪਤ ਹੋਣਾ, ਉਹਦੀ ਸਿੱਖਿਆ ਅੱਜ ਭੱਟ ਜੀ ਸਾਨੂੰ ਦੇ ਰਹੇ। ਅਗਿਆਨਤਾ, ਹਨੇਰਾ, ਇਹ ਇੱਕ ਡਰ ਦਾ ਬੜਾ ਵੱਡਾ ਕਾਰਨ ਹੈ। ਜਿੰਨਾ ਚਿਰ ਜੀਵ ਹਨੇਰੇ ਵਿੱਚ ਖੜੋਤਾ ਉਨਾ ਚਿਰ ਡਰਦਾ ਹੈ। ਜਦੋਂ ਚਾਨਣ ਹੋ ਜਾਂਦਾ ਇਹਦਾ ਡਰ ਮੁੱਕ ਜਾਂਦਾ ਹੈ। ਇਸੇ ਤਰ੍ਹਾਂ ਜਿੰਨਾ ਚਿਰ ਜੀਵ ਅਗਿਆਨਤਾ 'ਚ ਖੜੋਤਾ ਨਾ, ਧਰਮ ਦੇ ਠੇਕੇਦਾਰਾਂ ਵੱਲੋਂ ਜੀਵ ਨੂੰ ਡਰਾ ਕੇ ਰੱਖਿਆ ਗਿਆ, ਡਰ ਕੇ ਰਹਿ ਰਿਹਾ ਹੈ। ਹੁਣ ਜਦੋਂ ਅਗਿਆਨਤਾ ਮੁੱਕੇਗੀ ਉਦੋਂ ਹੀ ਡਰ ਮੁੱਕਣਾ ਹੈ। ਅਗਿਆਨਤਾ ਹਨੇਰੇ ਦੀ ਪ੍ਰਤੀਕ ਹੈ। ਹਨੇਰੇ ਵਿੱਚ ਫਸੇ ਹੋਏ ਜੀਵ ਨੂੰ ਇਕੱਲਾ ਤੁਰਿਆ ਜਾਂਦਾ ਵੀ ਡਰਦਾ ਹੈ ਵੀ ਸ਼ਾਇਦ ਮੇਰੇ ਮਗਰ ਕੋਈ ਤੁਰਿਆ ਆਉਂਦਾ। ਜਾਂ ਹਨੇਰੇ ਵਿੱਚ ਬੈਠੇ ਨੂੰ ਡਰ ਲੱਗੀ ਜਾਂਦਾ, ਭਾਵੇਂ ਘਰ ਦੇ ਵਿੱਚ ਹੀ ਬੈਠਾ, ਘਰ ਵਿੱਚ ਬੈਠਾ ਇਕੱਲਾ ਹੀ ਡਰੀ ਜਾਂਦਾ, ਜਦ ਪਤਾ ਹੈ ਵੀ ਮੇਰੇ ਤੋਂ ਬਿਨਾਂ ਘਰ ਵਿੱਚ ਹੈ ਕੋਈ ਨਹੀਂ। ਪਰ ਜੇ ਅਚਾਨਕ ਲਾਈਟ ਚਲੀ ਜਾਏ, ਲਾਈਟ ਬੰਦ ਹੋ ਜਾਏ, ਤੇ ਉਹ ਘਰ ਵਿਚਲੀ ਲਾਈਟ ਬੰਦ ਹੋਣ ਦੇ ਉੱਤੇ ਘਰ ਵਿੱਚ ਬੈਠਾ ਇਕੱਲਾ ਪਰਸਨ ਡਰੀ ਜਾ ਰਿਹਾ ਹੈ, ਡਰ ਨਾਲ ਸਹਿਮਿਆ ਪਿਆ। ਹਨੇਰਾ ਇੱਕ ਡਰ ਦਾ ਬੜਾ ਵੱਡਾ ਕਾਰਨ ਹੈ। ਤੇ ਜਿਹੜੇ ਧਰਮ ਦੇ ਆਪਣੇ ਆਪ ਨੂੰ ਮੋਹਤਬਾਰ ਅਖਵਾਉਣ ਵਾਲੇ ਨਾ, ਜਿਹਨੂੰ ਠੇਠ ਪੰਜਾਬੀ ਲਫ਼ਜ਼ਾਂ 'ਚ ਕਵਾਂਗੇ ਵੀ ਜਿਹੜੇ ਕਹਿੰਦੇ ਬਸ ਧਰਮ ਸਾਡੇ ਸਿਰ ਤੇ ਹੀ ਹੈ, ਅਸੀਂ ਧਰਮ ਚਲਾਉਣ ਵਾਲੇ ਹਾਂ, ਦੂਜਾ ਤੇ ਲੋਕਾਂ ਨੂੰ ਪਤਾ ਹੀ ਨਹੀਂ ਧਰਮ ਕਿੱਦਾਂ ਚੱਲਦਾ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਲੋਕਾਂ ਨੂੰ ਅਗਿਆਨਤਾ ਵਿੱਚ ਫਸਾਇਆ। ਹੁਣ ਜਦੋਂ ਅਗਿਆਨਤਾ ਵਿੱਚ ਫਸੇ ਲੋਕ, ਫਿਰ ਡਰਾਉਣਾ ਵੀ ਸ਼ੁਰੂ ਕਰ ਲਿਆ। ਉਹਨਾਂ ਨੇ ਡਰਾ ਕੇ ਲੋਕਾਂ ਤੋਂ ਆਪਣਾ ਕਾਰੋਬਾਰ, ਆਪਣਾ ਤੋਰੀ ਫੁਲਕਾ ਜਿਹੜਾ ਉਹ ਚਲਾ ਲਿਆ। ਕਿਉਂਕਿ ਡਰ ਜਿਹੜਾ ਨਾ, ਜਿਸ ਮਨ ਵਿੱਚ ਬੈਠ ਜਾਂਦਾ ਹੈ, ਡਰ ਨੂੰ ਉਹੀ ਸਮਝਦਾ ਹੈ। ਤੇ ਡਰ ਤੋਂ ਬਚਣ ਦੇ ਲਈ ਇਨਸਾਨ ਸਭ ਕੁਝ ਕਰਦਾ ਹੈ ਫਿਰ, ਵੀ ਮੇਰੇ ਜੀਵਨ ਚੋਂ ਡਰ ਮੁੱਕ ਜਾਏ, ਖਤਮ ਹੋ ਜਾਏ ਡਰ। ਹੁਣ ਜਿਹੜਾ ਜੀਵ ਅਗਿਆਨਤਾ ਵਿੱਚ ਫਸ ਗਿਆ, ਉਹਨੂੰ ਡਰਾਇਆ, ਜੇ ਤੂੰ ਆਹ ਦਾਨ ਨਾ ਕੀਤਾ ਤੈਨੂੰ ਨਰਕ ਮਿਲੇਗਾ, ਡਰ ਗਿਆ। ਜੇ ਤੂੰ ਕਿਸੇ ਫਲਾਣੀ ਜਗ੍ਹਾ ਤੇ ਤੇਰੀ ਮੌਤ ਹੋ ਗਈ, ਤੂੰ ਤਾਂ ਨਰਕਾਂ ਵਿੱਚ ਜਾਏਗਾ। ਡਰਾਤਾ ਨਾ ਜੀਵ ਨੂੰ। ਭਗਤ ਕਬੀਰ ਸਾਹਿਬ ਨੇ ਇਸ ਗੱਲ ਦਾ ਬੜਾ ਜ਼ਿਆਦਾ ਜ਼ਿਕਰ ਕੀਤਾ ਆਪਣੀ ਬਾਣੀ ਦੇ ਅੰਦਰ, ਔਰ ਉਹਨਾਂ ਨੇ ਨਾ ਇਸ ਡਰ ਨੂੰ ਖਤਮ ਕਰਨ ਦੇ ਲਈ ਆਪਣੀ ਬਾਣੀ ਦੇ ਰਾਹੀਂ ਉਪਦੇਸ਼ ਵੀ ਦਿੱਤਾ। ਜਿੰਨੇ ਵੀ ਇਨਸਾਨ ਜਿਉਂਦੇ ਨੇ, ਮਤਲਬ ਸਮਾਜ ਦੇ ਵਿੱਚ ਜਿੰਨੇ ਮਨੁੱਖ ਰਹਿ ਰਹੇ, ਇਹਨਾਂ ਨੂੰ ਕਿਸੇ ਨੂੰ ਜਾ ਕੇ ਪੁੱਛ ਲਓ ਵੀ ਤੁਹਾਡੇ ਚੋਂ ਕੋਈ ਨਰਕਾਂ 'ਚ ਜਾਣਾ ਚਾਹੁੰਦਾ ਹੈ? ਤੇ ਸਾਰਿਆਂ ਦਾ ਜਵਾਬ ਕੀ ਹੋਏਗਾ? ਨਹੀਂ ਜੀ, ਸਾਡੇ ਚੋਂ ਨਹੀਂ ਕੋਈ ਜਾਣਾ ਚਾਹੁੰਦਾ। ਕਿੱਥੇ ਜਾਣਾ ਜੀ? ਅਸੀਂ ਸਵਰਗਾਂ ਵਿੱਚ ਜਾਣਾ ਚਾਹੁੰਦੇ ਹਾਂ। ਹਰ ਬੰਦਾ ਇਹ ਕਹਿੰਦਾ। ਹੁਣ ਜੇ ਆਪਾਂ ਉਹਨੂੰ, ਉਸ ਬੰਦੇ ਨੂੰ, ਕਿਸੇ ਨੂੰ ਵੀ, ਕਿਸੇ ਪਰਸਨ ਨੂੰ ਜਾ ਕੇ ਅਸੀਂ ਕਹਿ ਦਈਏ ਵੀ ਜਿਹੜੇ ਕੰਮ ਤੂੰ ਕਰਦਾ ਹੈ ਨਾ, ਇਹ ਨਰਕਾਂ 'ਚ ਜਾਣ ਵਾਲੇ ਨੇ,
ਬੰਦਾ ਛੱਡ ਕੇ ਪਾਸੇ ਹੋ ਜਾਏਗਾ। ਹੁਣ ਨਾਲ ਉਹਨੂੰ ਇਹ ਕਹਿਤਾ ਵੀ ਜੇ ਤੂੰ ਇਹ ਕੰਮ ਕਰਕੇ ਵੀ ਸਵਰਗਾਂ 'ਚ ਜਾਣਾ ਚਾਹੁੰਦਾ, ਇੱਕ ਉਪਾਏ ਹੈ, ਇੱਕ ਤਰੀਕਾ ਹੈ। ਉਹ ਕਹਿੰਦਾ ਜੀ ਦੱਸੋ। ਹੁਣ ਉਹ ਤਰੀਕਾ ਕੀ ਹੈ ਵੀ ਤੂੰ ਨਾ ਕਰ ਹਾਂ ਇਕੱਠਾ ਸਾਰਾ ਸਮਾਨ ਆਪਣੇ ਘਰ ਦਾ ਤੇ ਦਾਨ ਕਰ ਦੇ, ਫਿਰ ਬਣਾ ਲਈ। ਕਹਿੰਦਾ ਠੀਕ ਹੈ ਜੀ, ਕੋਈ ਗੱਲ ਨਹੀਂ, ਤੁਸੀਂ ਦਾਨ ਲੈ ਜਾਓ, ਪਰ ਮੈਂ ਸਵਰਗਾਂ 'ਚ ਜਾਣਾ ਚਾਹੀਦਾ, ਮੇਰਾ ਵਾਸਾ ਸਵਰਗਾਂ 'ਚ ਹੋਵੇ। ਡਰਾ ਕੇ ਮਨੁੱਖ ਤੋਂ ਬਹੁਤ ਕੁਝ ਕਰਵਾ ਲਿਆ। ਦੇਖੋ ਨਾ ਕਿੱਡੀ ਹੈਰਾਨੀ ਦੀ ਗੱਲ ਹੈ। ਭਗਤ ਨਾਮਦੇਵ ਜੀ ਨੂੰ ਪੜ੍ਹੋ, ਭਗਤ ਕਬੀਰ ਸਾਹਿਬ ਨੂੰ ਪੜ੍ਹੋ, ਇਹਨਾਂ ਨੇ ਬੜਾ ਪਿਆਰਾ ਜ਼ਿਕਰ ਕੀਤਾ। ਇਸ ਤਰ੍ਹਾਂ ਦੇ ਹਾਲਾਤ ਬਣ ਗਏ ਸੀ ਧਰਮ ਦੇ ਠੇਕੇਦਾਰਾਂ ਵੱਲੋਂ ਕਿ ਉਹਨਾਂ ਨੇ ਮਨੁੱਖਾਂ ਦੇ ਮਨ ਵਿੱਚ ਨਰਕਾਂ ਦਾ ਇੰਨਾ ਕੁ ਡਰ ਪਾ ਦਿੱਤਾ ਤੇ ਸਵਰਗਾਂ ਦਾ ਇੰਨਾ ਕੁ ਲਾਲਚ ਭਰ ਦਿੱਤਾ, ਇੱਥੋਂ ਤੱਕ ਕਹਿਤਾ ਵੀ ਰੁੱਖ ਤੇ ਚੜ ਕੇ ਤੁਸੀਂ ਹੇਠਾਂ ਛਾਲ ਮਾਰ ਦਿਓ, ਜੇ ਮਰ ਜਾਓਗੇ ਨਾ ਤੁਹਾਡੀ ਮੁਕਤੀ ਹੋ ਜਾਏਗੀ, ਸਿੱਧਾ ਸਵਰਗਾਂ 'ਚ ਜਾਓਗੇ। ਬਾਣੀ ਪੜੋ, ਸਤਿਗੁਰੂ ਜੀ ਦੀ ਬਾਣੀ ਵਿੱਚ ਬਕਾਇਦਾ ਮਾਲਕ ਨੇ ਇਸ ਗੱਲ ਦੇ ਸਬੂਤ ਦਿੱਤੇ, ਪ੍ਰੂਫ ਦਿੱਤੇ ਵੀ ਤੁਸੀਂ ਜਾ ਕੇ ਆਰੇ ਨਾਲ ਆਪਣਾ ਸਿਰ ਚਰਵਾ ਲਓ, ਆਪਣਾ ਆਪਾ ਚਰਵਾ ਲਓ। ਜੇ ਆਰੇ ਨਾਲ ਚਰਵਾ ਲਓਗੇ ਆਪਣਾ ਆਪ, ਤੁਸੀਂ ਮੁਕਤ ਹੋ ਜਾਓਗੇ। ਇਹ ਵੀ ਭਰਮ ਪਾਤਾ। ਕਈਆਂ ਨੇ ਜਾ ਜਾ ਕੇ ਇਸ ਆਰੇ ਥੱਲੇ ਸਿਰ ਦਿੱਤੇ ਵੀ ਵੱਢ ਦਿਓ, ਕੋਈ ਗੱਲ ਨਹੀਂ, ਪਰ ਸਵਰਗਾਂ 'ਚ ਜਾਣੇ ਚਾਹੀਦੇ ਆ। ਇੱਥੋਂ ਤੱਕ ਕਿਹਾ ਤੂੰ ਸਾਨੂੰ ਘੋੜੇ ਦਾਨ ਕਰ, ਤੂੰ ਸਾਨੂੰ ਅਸ਼ਵ ਦਾਨ ਕਰ, ਤੂੰ ਸਾਨੂੰ ਹਾਥੀ ਦਾਨ ਕਰ, ਗੱਜ ਦਾਨ ਕਰ, ਤੂੰ ਆਪਣੀ ਇਸਤਰੀ ਤੱਕ ਦਾਨ ਕਰ ਦੇ। ਉਹ ਵੀ ਕਰਤੀਆਂ ਮਨੁੱਖਾਂ ਨੇ ਦਾਨ, ਵੀ ਅਸੀਂ ਸਵਰਗਾਂ 'ਚ ਜਾਣੇ ਚਾਹੀਦੇ ਆ। ਇੱਦਾਂ ਦੇ ਹਾਲਾਤ ਬਣ ਗਏ। ਕੀ ਇੱਕ ਅੰਧੇਰਾ ਹੈ, ਹਨੇਰਾ, ਇੱਕ ਅਗਿਆਨਤਾ। ਤੇ ਇਹ ਅਗਿਆਨਤਾ ਹੋਣ ਦਾ ਕਾਰਨ, ਹਨੇਰੇ ਵਿੱਚ ਫਸੇ ਹੋਣ ਦਾ ਕਾਰਨ ਕੀ ਹੈ? ਅਫਸੋਸ ਹੈ ਕਿ ਮਨੁੱਖ ਹੋਣ ਦੇ ਬਾਵਜੂਦ, ਇਹਦੇ ਕੋਲ ਚੰਗੀ ਮੱਤ ਸੁਰਤ, ਇਹਦੇ ਕੋਲ ਸਮਝ ਹੋਣ ਦੇ ਬਾਵਜੂਦ ਵੀ ਮਨੁੱਖ ਇੱਥੇ ਕੀ ਖੜੋਤਾ ਹੈ। ਚਾਹੀਦਾ ਤੇ ਇਹ ਸੀ ਕਿ ਇਹ ਮਨੁੱਖ ਹੈ, ਇਹਦੇ ਕੋਲ ਇੰਨਾ ਕੁ ਗਿਆਨ ਦਾ ਚਾਨਣ ਹੁੰਦਾ ਕਿ ਜੇ ਕੋਈ ਅਗਿਆਨਤਾ ਵਿੱਚ ਫਸਾ ਕੇ, ਹਨੇਰੇ ਵਿੱਚ ਫਸਾ ਕੇ ਇਹਨੂੰ ਮਾਰਨਾ ਵੀ ਚਾਹੁੰਦਾ ਤੇ ਗਿਆਨ ਦੇ ਚਾਨਣ ਵਿੱਚ ਨਾ ਇਹ ਵੇਖ ਕੇ ਆਪਣਾ ਆਪਾ ਬਚਾ ਲੈਂਦਾ, ਪਰ ਫਸ ਗਿਆ ਕਿਉਂਕਿ ਅਗਿਆਨਤਾ ਹੈ। ਕੋਲੇ ਚਾਨਣ ਦੇਣ ਵਾਲਾ ਹੈ ਕੋਈ ਨਹੀਂ, ਚਾਨਣ ਲੈਣਾ ਕਿਹਦੇ ਤੋਂ ਹੈ? ਫਿਰ ਅੱਜ ਭੱਟ ਨਲ ਜੀ ਨੇ ਜ਼ਿਕਰ ਕੀਤਾ, ਕਹਿੰਦੇ ਮਨੁੱਖ ਦੀ ਜ਼ਿੰਦਗੀ ਵਿੱਚ ਅਗਿਆਨਤਾ ਦਾ ਸਭ ਤੋਂ ਵੱਡਾ ਕਾਰਨ ਹੈ ਇਹਦੇ ਕੋਲ, ਇਹਨੂੰ ਗਿਆਨ ਦੇਣ ਵਾਲਾ ਗੁਰੂ ਹੀ ਹੈ ਨਹੀਂ। ਜੇ ਇਹਦੇ ਕੋਲ ਗਿਆਨ ਦੇਣ ਵਾਲਾ ਗੁਰੂ ਹੁੰਦਾ ਤੇ ਅੱਜ ਇਹਦੇ ਕੋਲ ਚਾਨਣ ਹੁੰਦਾ, ਭਰਮ 'ਚ ਨਹੀਂ ਸੀ ਫਸਦਾ। ਤੇ ਪੁੱਛਿਆ ਜੀ ਹੁਣ ਕੀ ਕਰੀਏ? ਭੱਟ ਜੀ ਕਹਿੰਦੇ ਖਿਆਲ ਕਰ, ਇਸ ਗੱਲ ਨੂੰ ਕਿਤੇ ਸਮਝ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਆ ਖਿਆਲ ਕਰ ਕਿਤੇ, ਕਿਉਂਕਿ ਸਾਰੇ ਦਾ ਸਾਰਾ ਸੰਸਾਰ ਹਨੇਰੇ 'ਚ ਫਸਿਆ ਬੈਠਾ ਗੁਰੂ ਤੋਂ ਬਿਨਾਂ। ਤੇ ਬੜਾ ਘੁੱਪ ਹਨੇਰਾ, ਘੋਰ ਅੰਧਾਰ ਹੈ। ਹੁਣ ਗੁਰੂ ਬਿਨ ਸਮਝ ਨਾ ਆਵੇ, ਗੁਰੂ ਤੋਂ ਬਿਨਾਂ ਸਮਝ ਵੀ ਕੁਛ ਨਹੀਂ ਆਉਣਾ, ਪਤਾ ਵੀ ਕੁਝ ਨਹੀਂ ਲੱਗਣਾ, ਸੋਝੀ ਵੀ ਕੋਈ ਨਹੀਂ। ਇਸੇ ਕਰਕੇ ਤੇ ਸਤਿਗੁਰੂ ਜੀ ਨੇ ਆਸਾ ਕੀ ਵਾਰ ਦੇ ਵਿੱਚ ਸਾਨੂੰ ਕਹਿਤਾ ਸੀ ਨਾ, ਭਾਈ ਖਿਆਲ ਰੱਖ, ਤੂੰ ਬਾਹਰੀ ਤੌਰ ਤੇ ਜਿੰਨੀਆਂ ਮਰਜ਼ੀ ਚਾਨਣ ਦਾ ਪ੍ਰਬੰਧ ਕਰ ਲਾ, ਪਰ ਜਿਹੜੀ ਅਗਿਆਨਤਾ ਨਾ ਉਹ ਇਹਨਾਂ ਟਿਊਬ ਲਾਈਟਾਂ ਨੇ ਨਹੀਂ ਖਤਮ ਕਰਨੀ। ਤੂੰ ਇੱਕ ਦੀ ਥਾਂ ਭਾਵੇਂ ਹਜ਼ਾਰਾਂ ਟਿਊਬ ਲਾਈਟਾਂ ਜਗਾ ਲਾ, ਇਹ ਕਿੱਥੋਂ ਤੇਰੀ ਅਗਿਆਨਤਾ ਖਤਮ ਕਰ ਦੇਣਗੀਆਂ। ਇਹਨਾਂ ਨੂੰ ਇੱਕ ਪਾਸੇ ਕਰਦੇ। ਗੁਰੂ ਸਾਹਿਬ ਕਹਿੰਦੇ ਭਾਵੇਂ 100 ਚੰਦਰਮਾ ਤੇ ਹਜ਼ਾਰਾਂ ਸੂਰਜ ਵੀ ਚੜ ਜਾਣ ਨਾ, ਸੱਜਣਾ ਤੇਰੀ ਅਗਿਆਨਤਾ ਨਹੀਂ ਉਹ ਮੁੱਕਣੀ। ਅਗਿਆਨਤਾ ਕਿਦਣ ਮੁੱਕੇਗੀ? ਜਿੱਦਣ ਤੇਰੇ ਕੋਲ ਗੁਰੂ ਹੋਏਗਾ, ਜਿੱਦਣ ਗੁਰੂ ਦਾ ਗਿਆਨ ਹੋਏਗਾ, ਗੁਰੂ ਕੀ ਸਿੱਖਿਆ ਤੇਰੇ ਕੋਲ ਹੋਏਗੀ, ਉਦਣ ਤੇਰੇ ਜੀਵਨ ਚੋਂ ਅਗਿਆਨਤਾ ਮੁੱਕਣੀ। ਉਹਦੇ ਤੋਂ ਬਿਨਾਂ ਜੇ 100 ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਚਾਨਣ ਕਿੰਨਾ ਹੋਏਗਾ? ਇੱਕ ਸੂਰਜ ਨਹੀਂ ਮਾਨ, ਹਜ਼ਾਰਾਂ ਹੋਣਗੇ ਤੇ ਚਾਨਣ ਹੀ ਚਾਨਣ ਹੋਣਾ। ਇੰਨਾ ਕੁ ਚਾਨਣ ਹੋਏਗਾ ਵੀ ਚਾਨਣ ਕਰਕੇ ਸਾਡੀਆਂ ਅੱਖਾਂ ਨੂੰ ਦਿਸਣਾ ਬੰਦ ਹੋ ਜਾਣਾ।
ਤੁਸੀਂ ਇਸ ਗੱਲ ਨੂੰ ਪਰਖ ਕੇ ਵੇਖੋ ਨਾ, ਸੂਰਜ ਚੜ੍ਹਿਆ, ਹੁਣ ਸਾਨੂੰ ਸਾਰਾ ਕੁਝ ਦਿਸ ਰਿਹਾ, ਚਾਨਣ ਹੈ। ਅਸੀਂ ਘਰ ਦੀਆਂ ਲਾਈਟਾਂ ਬੰਦ ਕਰਤੀਆਂ, ਸਾਰੀਆਂ ਰੋਡ ਲਾਈਟਸ ਵੀ ਬੰਦ ਹੋ ਗਈਆਂ। ਕਿਉਂ ਜੀ? ਸੂਰਜ ਚੜ੍ਹ ਗਿਆ, ਚਾਨਣ ਹੋ ਗਿਆ। ਹੁਣ ਸੂਰਜ ਦੇ ਵੱਲ ਜੇ ਅਸੀਂ 2 ਪਲ ਅੱਖਾਂ ਨਾਲ ਵੇਖੀਏ ਲਗਾਤਾਰ, ਉਹ ਤੋਂ ਬਾਅਦ ਪਾਸੇ ਹੋ ਕੇ ਆਸੇ-ਪਾਸਿਓਂ ਵੇਖਣ ਦੀ ਕੋਸ਼ਿਸ਼ ਕਰੀਏ, ਅੱਖਾਂ ਕਿ ਨਹੀਂ ਰਹੀ ਹੈ, ਚਾਨਣ ਕਰਕੇ ਵੀ ਹਨੇਰਾ ਆ ਗਿਆ। ਜੇ ਹਜ਼ਾਰਾਂ ਸੂਰਜ ਚੜ ਜਾਣਗੇ, ਹੋ ਸਕਦਾ ਚਾਨਣ ਕਰਕੇ ਦਿਸਣਾ ਬੰਦ ਹੋ ਜੇ। ਪਰ ਮਾਲਕ ਕਹਿੰਦੇ ਖਿਆਲ ਕਰ, ਗੁਰ ਬਿਨ ਘੋਰ ਅੰਧਾਰ, ਚਾਹੇ 100 ਚੰਦਰਮਾ ਤੇ ਹਜ਼ਾਰਾਂ ਸੂਰਜ ਚੜ ਜਾਣ। ਸਤਿਗੁਰੂ ਜੀ ਨੇ ਨਾ ਬਾਣੀ 'ਚ ਇੱਕ ਬੜਾ ਪਿਆਰਾ ਜ਼ਿਕਰ ਕੀਤਾ। ਸਤਿਗੁਰੂ ਪਾਤਸ਼ਾਹ ਕਹਿੰਦੇ ਬਾਝ ਗੁਰੂ ਹੈ ਅੰਧ ਅੰਧਾਰ, ਜਮ ਕਾਲ ਗਰਠੇ ਕਰੇ ਪੁਕਾਰ। ਤੇ ਇੱਥੋਂ ਤੱਕ ਹਾਲਾਤ ਬਣ ਗਏ ਇਹਦੇ ਕਿ ਪੁਕਾਰ ਤੇ ਕਰ ਰਿਹਾ, ਪਰ ਬਾਝ ਗੁਰੂ ਹੈ ਅੰਧ ਅੰਧਾਰ। ਗੁਰੂ ਤੋਂ ਬਿਨਾਂ ਤੇ ਹਨੇਰਾ ਹੀ ਹੈ ਨਾ। ਹੁਣ ਜਮ ਕਾਲ ਮੌਤ ਦੇ ਡਰ 'ਚ ਫਸਿਆ ਹੋਇਆ ਖੜਾ ਪੁਕਾਰ ਕਰਦਾ ਵੀ ਕੋਈ ਬਚਾਓ। ਹੁਣ ਇਹ ਇੰਨਾ ਕੁ ਜ਼ਿਆਦਾ ਹਨੇਰੇ ਵਿੱਚ ਫਸ ਗਿਆ, ਅਗਿਆਨਤਾ 'ਚ ਫਸ ਗਿਆ, ਰੋਗੀ ਬਣ ਗਿਆ, ਵਿਸ਼ਟਾ ਦਾ ਕੀੜਾ ਬਣ ਗਿਆ। ਵਿਸ਼ਟਾ ਮਾਹੇ ਸਮਾਵਣਿਆ, ਦਿਨ ਰਾਤ ਹੁਣ ਵਿਸ਼ਟਾ ਵਿੱਚ ਬੈਠਾ। ਹੁਣ ਜਿਹੜਾ ਦਿਨ ਰਾਤ ਅਗਿਆਨਤਾ 'ਚ ਫਸਿਆ, ਉਹਨੇ ਗੰਦਗੀ 'ਚ ਹੀ ਫਸਣਾ। ਉਹ ਕਿਸੇ ਸਾਫ਼ ਜਗ੍ਹਾ ਦੇ ਉੱਤੇ ਜਾਂ ਕਿਸੇ ਵੀ ਚੰਗੀ ਜਗ੍ਹਾ ਦੇ ਉੱਤੇ ਕਿਸ ਤਰੀਕੇ ਨਾਲ ਜਾਏਗਾ? ਜਿਹੜਾ ਫਸਿਆ ਹੀ ਅਗਿਆਨਤਾ ਵਿੱਚ ਬੈਠਾ ਹੈ ਤੇ ਗਿਆਨ ਦੇ ਚਾਨਣ ਤੋਂ ਕੋਹਾਂ ਦੀ ਦੂਰੀ ਤੇ ਬੈਠਾ ਹੈ। ਹੁਣ ਜਿਹੜਾ ਇਨਸਾਨ ਹਉਮੈ ਵਿੱਚ ਫਸ ਕੇ, ਹਉਮੈ ਦੇ ਅਧੀਨ ਫਸਿਆ ਹੋਇਆ, ਹਉਮੈ ਦੇ ਅਧੀਨ ਹੋਇਆ, ਗੁਰੂ ਤੋਂ ਬਿਨਾਂ ਆਪਣਾ ਜੀਵਨ ਲੰਘਾ ਰਿਹਾ, ਉਹ ਤੇ ਘੁੱਪ ਹਨੇਰੇ 'ਚ ਬੈਠਾ। ਤੇ ਗੁਰੂ ਤੋਂ ਬਿਨਾਂ ਅੰਧ ਹਨੇਰਾ ਚੁੱਕੀ ਫਿਰਦਾ, ਬੜਾ ਜ਼ਿਆਦਾ ਗੁਬਾਰ ਚੁੱਕੀ ਫਿਰਦਾ। ਹੁਣ ਜਿਹੜਾ ਗੁਰੂ ਤੋਂ ਬਿਨਾਂ ਹਨੇਰਾ ਹੈ, ਉਹਦੇ ਕਰਕੇ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ, ਮਾਇਆ ਦੇ ਅਧੀਨ ਹੋਇਆ ਜੀਵ ਆਪਣੇ ਜੀਵਨ ਦੀ ਬਾਜ਼ੀ ਨੂੰ ਫਿਰ ਹਾਰਦਾ ਜਾਂਦਾ ਹੈ। ਇੰਨਾ ਕੁ ਖਿਆਲ ਰੱਖਿਓ, ਹਨੇਰਾ ਜਿਹੜਾ ਹੈ ਇਹ ਸਾਡੇ ਜੀਵਨ ਦੇ ਵਿੱਚ ਦੁੱਖਾਂ ਦਾ ਬੜਾ ਵੱਡਾ ਕਾਰਨ ਹੈ। ਹੁਣ ਬਾਹਰੀ ਤੌਰ ਉੱਤੇ ਹਨੇਰੇ ਕਰਕੇ ਸਾਨੂੰ ਜੋ ਤਕਲੀਫਾਂ ਨੇ ਉਹ ਅਸੀਂ ਸਾਰੇ ਸਮਝ ਸਕਦੇ ਹਾਂ। ਕਿਤੇ ਇੱਕ ਵੇਲੇ ਸਾਨੂੰ ਅੱਖਾਂ ਤੋਂ ਨਾ ਦਿਸੇ, ਅੱਖਾਂ ਅੱਗੇ ਹਨੇਰਾ ਹੀ ਹਨੇਰਾ ਆ ਜਾਏ ਤੇ ਮਨੁੱਖ ਦੇ ਮਨ 'ਚ ਖੌਫ ਪੈਦਾ ਹੋ ਜਾਂਦਾ ਵੀ ਹਾਏ ਕਿਤੇ ਇਹ ਨਾ ਹੋ ਜੇ ਮੈਨੂੰ ਦਿਸਣਾ ਹੀ ਬੰਦ ਹੋ ਜੇ। ਹਨੇਰੇ ਕਰਕੇ ਜਿਹੜਾ ਡਰ ਉਤਪੰਨ ਹੋ ਰਿਹਾ, ਡਰ ਪੈਦਾ ਹੋ ਰਿਹਾ ਵੀ ਕਿਤੇ ਮੈਨੂੰ ਦਿਸਣਾ ਹੀ ਬੰਦ ਨਾ ਹੋ ਜਾਏ। ਕਿਤੇ ਅਚਾਨਕ ਚੱਕ ਬੈਠੇ ਹੋਏ ਮਨੁੱਖ ਨੇ ਉੱਠ ਕੇ ਜਦੋਂ ਖੜਿਆ ਹੋਣਾ ਨਾ, ਕਈ ਵਾਰੀ ਉਦੋਂ ਵੀ ਅੱਖਾਂ ਅੱਗੇ ਹਨੇਰਾ ਆ ਜਾਂਦਾ, ਉਦੋਂ ਵੀ ਇਨਸਾਨ ਡਰ ਜਾਂਦਾ, ਕਈ ਵਾਰੀ ਤੇ ਡੇਗ ਹੀ ਪੈਂਦਾ, ਫਿਰ ਡਰ ਜਾਂਦਾ ਵੀ ਹੋਇਆ ਕੀ ਹੈ। ਹੁਣ ਇਹ ਬਾਹਰੀ ਤੌਰ ਉੱਤੇ ਮੈਂ ਉਦਾਹਰਨਾਂ ਇਸ ਕਰਕੇ ਰੱਖ ਰਿਹਾ ਵੀ ਜੇ ਸਾਡੇ ਸਰੀਰ ਨੂੰ ਇੰਨੀ ਤਕਲੀਫ ਹੈ ਹਨੇਰੇ ਕਰਕੇ, ਤੇ ਜਿਹੜੀ ਅਗਿਆਨਤਾ ਅਸੀਂ ਆਪਣੇ ਜੀਵਨ 'ਚ ਸਦਾ ਚੁੱਕੀ ਫਿਰਦੇ ਹਾਂ, ਦਿਨ ਰਾਤ ਲਈ ਫਿਰਦੇ ਹਾਂ, ਉਹ ਅਗਿਆਨਤਾ ਸਾਡੇ ਹਿਰਦੇ ਨੂੰ, ਸਾਡੇ ਮਨ ਨੂੰ ਕਿੰਨੀ ਤਕਲੀਫ ਦੇ ਰਹੀ ਹੋਏਗੀ। ਅਫਸੋਸ ਤੇ ਉਦੋਂ ਹੁੰਦਾ ਜਦੋਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹੋਗੇ ਨਾ, ਉਹਨਾਂ ਨੇ ਝੰਜੋੜਿਆ ਹਨੇਰੇ ਵਿੱਚ ਫਸੇ ਹੋਏ ਮਨ ਨੂੰ, ਤੇ ਉਹਨੇ ਕਹਿੰਦੇ ਹੈਰਾਨੀ ਹੁੰਦੀ ਹੈ ਉਸ ਵਕਤ ਜਦੋਂ ਇਸ ਮਨੁੱਖ ਦੀ ਮੈਂ ਬਦਕਿਸਮਤੀ ਵੱਲ ਵੇਖਦਾ, ਇਹ ਹੱਥ ਵਿੱਚ ਦੀਵਾ ਫੜ ਕੇ ਵੀ ਖੂਹ 'ਚ ਡਿੱਗੀ ਜਾਂਦਾ। ਕਿੱਡੀ ਹੈਰਾਨੀ ਦੀ ਗੱਲ ਹੈ।
ਜਿਹੜਾ ਹਨੇਰੇ 'ਚ ਤੁਰਿਆ ਜਾਂਦਾ ਉਹਦੇ ਕੋਲ ਦੀਵਾ ਨਾ ਹੋਵੇ, ਖੂਹ 'ਚ ਡਿੱਗਦਾ ਵੀ ਚੰਗਾ ਲੱਗਦਾ। ਹਨੇਰੇ 'ਚ ਤੁਰਿਆ ਜਾਂਦਾ, ਠੋਕਰ ਖਾਂਦਾ ਚੰਗਾ ਲੱਗਦਾ, ਠੇਡਾ ਖਾਂਦਾ ਡਿੱਗਦਾ ਚੰਗਾ ਲੱਗਦਾ ਹੈ। ਹੱਥ ਵਿੱਚ ਐਡਾ ਵੱਡਾ ਦੀਵਾ ਫੜਿਆ ਹੋਵੇ ਤੇ ਦੀਵਾ ਰੌਸ਼ਨੀ ਦੇ ਰਿਹਾ ਹੋਵੇ, ਬੰਦਾ ਫਿਰ ਖੂਹ 'ਚ ਡਿੱਗਦਾ ਪਿਆ ਹੋਵੇ ਤੇ ਮਨੁੱਖ ਦੀ ਬਦਕਿਸਮਤੀ ਹੀ ਆਖਾਂਗੇ ਨਾ। ਭਗਤ ਕਬੀਰ ਸਾਹਿਬ ਕਹਿੰਦੇ, ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ। ਕਿ ਮਨ ਨੂੰ ਨਹੀਂ ਪਤਾ ਗੁਰੂ ਤੋਂ ਬਿਨਾ ਹਨੇਰਾ ਹੈ। ਕਿ ਮਨ ਨੂੰ ਨਹੀਂ ਪਤਾ ਜੋ ਮੈਂ ਦੁੱਖ ਤਕਲੀਫਾਂ ਝੱਲ ਰਿਹਾ ਇਹ ਮੇਰੀ ਅਗਿਆਨਤਾ ਕਰਕੇ ਹੈ। ਕਿ ਮਨ ਇਸ ਗੱਲ ਨੂੰ ਨਹੀਂ ਜਾਣਦਾ ਗੁਰੂ ਤੋਂ ਬੇਮੁਖ ਹੋ ਕੇ ਮੈਨੂੰ ਮਿਲਣਾ ਕੁਛ ਨਹੀਂ। ਕਿ ਮਨ ਇਸ ਗੱਲ ਨੂੰ ਨਹੀਂ ਜਾਣਦਾ ਜੇ ਮੈਂ ਰੱਬ ਨੂੰ ਚੇਤੇ ਨਹੀਂ ਕਰਦਾ ਜੰਮਾਂਗਾ ਵੀ ਮਰਾਂਗਾ ਵੀ, ਮਰ ਮਰ ਕੇ ਜੰਮਾਂਗਾ ਫਿਰ ਮਰਾਂਗਾ, ਪਤਾ ਨਹੀਂ ਕਿੰਨੀਆਂ ਸਜ਼ਾਵਾਂ ਭੋਗਾਂਗਾ। ਕਿ ਮਨ ਨੂੰ ਨਹੀਂ ਪਤਾ। ਸਾਰਾ ਕੁਝ ਜਾਣਦਾ ਹੈ, ਮਨ ਨੂੰ ਸਭ ਕੁਝ ਪਤਾ ਹੈ। ਅਸੀਂ ਇਹ ਨਹੀਂ ਕਹਿ ਸਕਦੇ ਵੀ ਮਨ ਨੂੰ ਨਹੀਂ ਪਤਾ। ਮਨ ਨੂੰ ਪਤਾ ਹੈ ਕਿ ਜੇ ਮੈਂ ਰੱਬ ਦੇ ਚਿੰਤਨ 'ਚ ਨਹੀਂ ਜੁੜਦਾ, ਮੈਂ ਨਿਤਾ ਪ੍ਰਤੀ ਮਰਦਾ, ਨਿਤਾ ਪ੍ਰਤੀ ਜੰਮਦਾ, ਮੈਂ ਤੇ ਜ਼ਿੰਦਗੀ ਬੜੀ ਨਰਕ ਭਰੀ ਗੁਜ਼ਾਰ ਰਿਹਾ। ਮਨ ਇਸ ਗੱਲ ਨੂੰ ਵੀ ਜਾਣਦਾ ਮੇਰੇ ਕੋਲ ਗੁਰੂ ਦਾ ਗਿਆਨ ਨਹੀਂ ਹੈ, ਗੁਰੂ ਦੀ ਸੋਝੀ, ਗੁਰੂ ਕੀ ਸਿੱਖਿਆ ਨਹੀਂ ਹੈ, ਮੈਂ ਤੇ ਫਿਰ ਵੀ ਆਪਣਾ ਜੀਵਨ ਗਰਕਿਆ ਪਿਆ, ਮੇਰਾ ਜੀਵਨ ਸਾਰੇ ਦਾ ਸਾਰਾ। ਮਨ ਇਸ ਗੱਲ ਨੂੰ ਵੀ ਜਾਣਦਾ ਹੈ ਕਿ ਹੋਰ ਕੋਈ ਤਰੀਕਾ, ਹੋਰ ਕੋਈ ਢੰਗ ਹੈ ਨਹੀਂ ਆਹ ਤਰੀਕਾ ਵਰਤਣ ਤੋਂ ਬਿਨਾ ਕਿ ਮੈਂ ਰੱਬ ਦੀ ਯਾਦ, ਰੱਬ ਦੇ ਚਿੰਤਨ 'ਚ ਜੁੜ ਸਕਾਂ। ਪਰ ਇਹ ਫਿਰ ਵੀ ਘੁੱਪ ਹਨੇਰੇ 'ਚ ਡਿੱਗੀ ਜਾਂਦਾ ਹੱਥ। ਮਨ ਸਾਰਾ ਕੁਝ ਜਾਣਦਾ, ਸਭ ਕੁਝ ਸਮਝਦਾ ਮਨ। ਪਰ ਅਫਸੋਸ ਇਸ ਗੱਲ ਦਾ ਹੈ ਕਿ ਹਾਥ ਦੀਪ ਕੁਐਂ ਪਰ ਹੈ। ਇੱਥੇ ਹੁਣ ਥੋੜਾ ਜਿਹਾ ਤਵੱਜੋ ਦੇ ਕੇ ਸਮਝਿਓ। ਇੱਕ ਬੰਦਾ ਨਾ ਤੁਰਿਆ ਜਾ ਰਿਹਾ, ਤੁਰਿਆ ਜਾਂਦਾ ਜਾਂਦਾ ਖੂਹ 'ਚ ਡਿੱਗ ਪਿਆ। ਉਹਦੇ ਕੋਲ ਚਾਨਣ ਨਹੀਂ ਸੀ। ਉਹ ਖੂਹ 'ਚ ਡਿੱਗਿਆ, ਉਹਨੇ ਪੁਕਾਰਨਾ ਸ਼ੁਰੂ ਕੀਤਾ, ਬੁਲਾ ਰਿਹਾ। ਉਹ ਕੋਲੋਂ ਲੰਘੇ ਜਾਂਦੇ ਮਨੁੱਖ ਇਕੱਠੇ ਹੋ ਕੇ ਆ ਗਏ ਵੀ ਲੱਗਦਾ ਕੋਈ ਖੂਹ 'ਚ ਡਿੱਗ ਪਿਆ। ਜਦੋਂ ਖੂਹ ਦੇ ਕਿਨਾਰੇ ਤੇ ਆ ਕੇ ਖੜੋਤੇ ਨਾ ਚਾਰ ਸ਼ਫੇਰੇ, ਫਿਰ ਵਿੱਚੋਂ ਆਵਾਜ਼ ਆਈ, ਉਹ ਮੈਨੂੰ ਕੋਈ ਬਾਹਰ ਕੱਢੋ, ਮੈਂ ਖੂਹ 'ਚ ਡਿੱਗ ਪਿਆ। ਜਿਹੜੇ ਬਾਹਰ ਖੜੋਤੇ ਮਨੁੱਖ ਸੀ ਨਾ, ਉਹਨਾਂ ਨੇ ਮਦਦ ਕਰਨ ਦੀ ਸਲਾਹ ਬਣਾਈ ਤੇ ਉਪਰਾਲਾ ਕੀਤਾ ਮਦਦ ਕਰਨ ਦਾ। ਉਹਨੂੰ ਰੱਸੀ ਪਾ ਕੇ ਕਿਸੇ ਢੰਗ ਦੇ ਨਾਲ ਖੂਹ 'ਚੋਂ ਬਾਹਰ ਕੱਢ ਲਿਆ। ਜਦੋਂ ਬਾਹਰ ਕੱਢਿਆ ਤੇ ਉਹਨੇ ਬੜਾ ਸ਼ੁਕਰ ਕੀਤਾ ਸਾਰਿਆਂ ਦਾ ਵੀ ਤੁਹਾਡਾ ਸ਼ੁਕਰਾਨਾ, ਨਹੀਂ ਸ਼ਾਇਦ ਮੈਂ ਅੱਜ ਖੂਹ ਦੇ ਵਿੱਚ ਹੀ ਮਾਰਿਆ ਜਾਂਦਾ। ਉਹਨਾਂ ਵੀ ਕਿਹਾ ਭਾਈ ਕੋਈ ਗੱਲ ਨਹੀਂ, ਇਹ ਖੂਹ ਹੀ ਇਸ ਢੰਗ ਦਾ ਹੈ, ਇਸ ਤਰੀਕੇ ਦਾ ਵੀ। ਇੱਕ ਤੇ ਘੁੱਪ ਹਨੇਰੇ ਵਿੱਚ ਤੇ ਚਾਨਣ ਕੋਈ ਨਹੀਂ, ਤੇ ਇੱਥੇ ਮਨੁੱਖ ਡਿੱਗ ਜਾਂਦਾ ਹੈ ਜਦੋਂ ਨਾ ਦਿਸੇ ਹਨੇਰੇ ਕਰਕੇ। ਤੇ ਕੋਈ ਗੱਲ ਨਹੀਂ ਹੈ, ਸਾਡਾ ਫਰਜ਼ ਸੀ ਤੈਨੂੰ ਬਾਹਰ ਕੱਢਣਾ, ਅਸੀਂ ਕੱਢ ਲਿਆ। ਉਹ ਦੂਜਾ ਦਿਨ ਆਇਆ, ਮਤਲਬ 4-5 ਦਿਨ 10 ਦਿਨ ਲੰਘੇ, ਇੱਕ ਬੰਦਾ ਹੱਥ 'ਚ ਦੀਵਾ ਲੈ ਕੇ ਤੁਰਿਆ ਆਵੇ। ਸਾਰਾ ਰਾਹ ਬੜਾ ਵਧੀਆ, ਮਤਲਬ ਉਹਨੇ ਲਾਈਟ ਦਾ ਪ੍ਰਬੰਧ ਕੀਤਾ ਹੋਇਆ ਆਪਣੇ ਹੱਥ ਵਿੱਚ, ਦੀਵਾ ਕਹਿ ਲੋ, ਟਾਰਚ ਕਹਿ ਲੋ, ਉਹਨੇ ਪਕੜੀ ਹੋਈ ਹੈ। ਤੁਰਿਆ ਆਉਂਦਾ, ਰੌਸ਼ਨੀ ਵੀ ਬੜੀ ਹੈ, ਦਿਸਦਾ ਵੀ ਸਾਰਾ ਕੁਝ ਪਿਆ। ਤੁਰਿਆ ਜਾਂਦਾ ਜਾਂਦਾ ਉਹ ਵੀ ਉਸੇ ਖੂਹ 'ਚ ਡਿੱਗ ਪਿਆ। ਹੁਣ ਜਦੋਂ ਉਹ ਖੂਹ 'ਚ ਡਿੱਗਿਆ, ਉਹਨੇ ਫਿਰ ਪੁਕਾਰ ਕਰਨੀ ਸ਼ੁਰੂ ਕਰ ਲਈ। ਉਹਨੇ ਵੀ ਕੀਤੀ ਪੁਕਾਰ, ਭਾਈ ਕੋਈ ਬਚਾਓ, ਮੈਂ ਖੂਹ 'ਚ ਡਿੱਗ ਪਿਆ। ਉਹ ਬੰਦੇ ਫੇਰ ਇਕੱਠੇ ਹੋ ਕੇ ਆ ਗਏ ਆਸ-ਪਾਸ ਦੇ, ਵੀ ਲੱਗਦਾ ਅੱਜ ਫੇਰ ਕੋਈ ਡਿੱਗ ਪਿਆ। ਉਹ ਆਏ ਨਾ ਕਿਨਾਰੇ ਦੇ ਉੱਤੇ, ਇੱਕ ਆਉਂਦਾ, ਉਹਨੇ ਵੇਖਿਆ ਉਹ ਬੜਾ ਹੈਰਾਨ। 4 ਕੁ ਮਨੁੱਖ ਇਕੱਠੇ ਹੋਏ, ਵੇਖ ਕੇ ਪਿੱਛੇ ਮੁੜ ਗਏ। ਉਹ ਜਦੋਂ ਪਿੱਛੇ ਮੁੜੇ ਜਾ ਰਹੇ ਨਾ, ਹੋਰ ਜਿਹੜੇ ਆ ਰਹੇ ਸਨ ਉਹਨਾਂ ਨੂੰ ਵੀ ਪਿੱਛੇ ਮੋੜਨਾ ਸ਼ੁਰੂ ਕਰ ਲਿਆ ਵੀ ਛੱਡੋ ਪਰਾਂ, ਆਪਾਂ ਨਹੀਂ ਇਹਨੂੰ ਬਚਾਉਣ ਜਾਣਾ। ਸਾਰੇ ਹੈਰਾਨ ਵੀ ਇਹਨੂੰ ਕਿਉਂ ਨਹੀਂ ਬਚਾਉਣਾ। ਭਾਈ ਆਪਾਂ ਨੂੰ ਪਤਾ ਹੈ ਜਦੋਂ ਇੱਥੇ ਅਕਸਰ ਡਿੱਗ ਪੈਂਦੇ ਨੇ ਮਨੁੱਖ, ਆਪਾਂ ਜਾਣਦੇ ਹਾਂ ਕਿਉਂਕਿ ਆਪਾਂ ਇਸ ਇਲਾਕੇ ਦੇ ਰਹਿਣ ਵਾਲੇ ਹਾਂ। ਅਕਸਰ ਇਸ ਖੂਹ ਵਿੱਚ ਮਨੁੱਖ ਡਿੱਗ ਪੈਂਦੇ, ਆਪਾਂ ਸਾਰਿਆਂ ਨੂੰ ਬਾਹਰ ਕੱਢਦੇ ਹਾਂ, ਪਰ ਅੱਜ ਇਸ ਮਨੁੱਖ ਨੂੰ ਕਿਉਂ ਨਹੀਂ ਕੱਢਣਾ।
ਤੇ ਉਹਨਾਂ ਜਵਾਬ ਪਤਾ ਕੀ ਦਿੱਤਾ, ਇਸ ਕਰਕੇ ਨਹੀਂ ਕੱਢਣਾ ਕਿਉਂਕਿ ਇਹ ਹੱਥ 'ਚ ਬੈਟਰੀ ਫੜ ਕੇ ਵੀ ਡਿੱਗਿਆ ਫਿਰਦਾ, ਹੱਥ 'ਚ ਦੀਵਾ ਲੈ ਕੇ ਵੀ ਡਿੱਗਿਆ ਫਿਰਦਾ, ਨਹੀਂ ਕੱਢਣਾ ਇਹਨੂੰ। ਆਪਾਂ ਉਹਨਾਂ ਨੂੰ ਕੱਢਦੇ ਆ ਜਿਨ੍ਹਾਂ ਕੋਲ ਚਾਨਣ ਨਹੀਂ, ਆਪਾਂ ਉਹਨੂੰ ਇਸ ਖੂਹ 'ਚੋਂ ਕੱਢਦੇ ਆ ਜਿਹੜਾ ਹਨੇਰੇ ਕਰਕੇ ਡਿੱਗ ਪੈਂਦਾ। ਇਹ ਤੇ ਮੂਰਖ ਹੈ ਜਿਹੜਾ ਚਾਨਣ ਕਰਕੇ ਵੀ ਡਿੱਗ ਪਿਆ। ਇਹਦੇ ਹੱਥ 'ਚ ਦੀਪਕ ਬੜਾ ਵੱਡਾ, ਇਹਦੇ ਹੱਥ 'ਚ ਤੇ ਲਾਈਟ ਬੜੀ ਵੱਡੀ ਪਕੜੀ ਹੈ, ਇਹਨੂੰ ਦਿਸਦਾ ਵੀ ਸੀ ਖੂਹ ਹੈ ਅੱਗੇ, ਇਹ ਫਿਰ ਵੀ ਡਿੱਗਿਆ ਉਹਦੇ 'ਚ। ਇਹਨੂੰ ਨਹੀਂ ਕੱਢਣਾ। ਤੇ ਅਸਲ ਦੇ ਵਿੱਚ ਨਾ ਸਾਡੇ ਹਾਲਾਤ ਇਹੀ ਬਣ ਚੁੱਕੇ, ਸਾਡੇ ਕੋਲ ਨਾ ਗਿਆਨ ਦਾ ਚਾਨਣ ਬਹੁਤ ਵੱਡਾ, ਜਿਹਨੂੰ ਮਾਲਕ ਕਹਿੰਦੇ ਗੁਰਬਾਣੀ ਇਸ ਜਗ ਮੈਂ ਚਾਨਣ, ਇਹ ਸਾਡੇ ਲਈ ਚਾਨਣ ਹੈ। ਔਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਚਾਨਣ ਲੈ ਕੇ ਵੀ ਅਜੇ ਤੱਕ ਖੂਹਾਂ 'ਚ ਹੀ ਡਿੱਗੇ ਪਏ ਆ। ਤੇ ਹੁਣ ਕੱਢੇਗਾ ਕੌਣ ਬਾਹਰ, ਬਚਾਉਣਾ ਕਿੰਨੇ? ਕੋਈ ਅਗਿਆਨਤਾ ਦੇ ਵਿੱਚ ਹੁੰਦਾ, ਹਨੇਰੇ ਵਿੱਚ ਹੁੰਦਾ, ਤੇ ਸ਼ਾਇਦ ਕੋਈ ਹੈਲਪ ਕਰਨ ਵਾਲਾ, ਮਦਦ ਕਰਨ ਵਾਲਾ ਆ ਜਾਂਦਾ। ਤੇ ਤੁਸੀਂ ਖਿਆਲ ਕਰੋ, ਜੇ ਗੁਰਬਾਣੀ ਦਾ ਚਾਨਣ ਸਾਡੇ ਕੋਲ ਐਡਾ ਵੱਡਾ, ਬਾਬੇ ਨਾਨਕ ਦਾ ਦਿੱਤਾ ਹੋਇਆ ਦੀਪਕ ਸਾਡੇ ਕੋਲ ਐਡਾ ਵੱਡਾ ਹੈ, ਤੇ ਸੱਜਣੋ ਜੇ ਅਸੀਂ ਫਿਰ ਵੀ ਖੂਹ 'ਚ ਡਿੱਗਦੇ ਫਿਰਾਂਗੇ ਤੇ ਫਿਰ ਸਾਡੀ ਬਦਕਿਸਮਤੀ ਹੈ, ਇਹਦੇ ਤੋਂ ਵੱਧ ਕੇ ਕੁਝ ਨਹੀਂ। ਤੇ ਅੱਜ ਭੱਟ ਨਲ ਜੀ ਕਹਿੰਦੇ ਅਸੀਂ ਵੇਖਿਆ, ਖੁਦ ਵੇਖਿਆ ਅਜਮਾ ਕੇ ਗੁਰ ਬਿਨ ਘੂਰ ਅੰਧਾਰ। ਨਹੀਂ ਸਮਝ ਆਉਂਦੀ ਗੁਰੂ ਤੋਂ ਬਿਨਾਂ, ਸਮਝ ਆਉਂਦਾ ਹੀ ਨਹੀਂ ਕੋਈ। ਸਮਝਾਉਂਦਾ ਤੇ ਅਧਿਆਪਕ ਹੀ ਹੈ ਨਾ, ਸਮਝਾਉਂਦਾ ਤੇ ਗੁਰੂ ਹੀ ਹੈ। ਗੁਰੂ ਤੋਂ ਬਿਨਾਂ ਕਿਹਨੇ ਸਮਝਾਉਣਾ? ਗੁਰੂ ਤੋਂ ਬਿਨਾਂ ਸਮਝਾਉਣ ਵਾਲਾ ਕੋਈ ਨਹੀਂ, ਤੇ ਗੁਰੂ ਤੋਂ ਬਿਨਾਂ ਸਮਝ ਆਉਣੀ ਵੀ ਨਹੀਂ। ਇਨਸਾਨ ਜਿੰਨਾ ਮਰਜ਼ੀ ਯਤਨ ਕਰ ਲੈ। ਇੱਕ ਨਿੱਕੀ ਜੀ ਮੈਂ ਉਦਾਹਰਣ ਰੱਖਦਾ ਚੱਲਾਂ। ਇੱਕ ਨਾ ਸ਼ਾਗਿਰਦ ਆਪਣੇ ਉਸਤਾਦ ਕੋਲੋਂ ਸਿੱਖਣ ਵਾਸਤੇ ਜਾਂਦਾ ਰੋਜ਼। ਦੋ ਜਣੇ ਨੇ, ਹੁਣ ਦੋਵੇਂ ਜਾਂਦੇ ਨੇ, ਦੋਵੇਂ ਉਸਤਾਦ ਕੋਲੋਂ ਸਿੱਖਦੇ, ਦੋਵਾਂ ਦੀ ਮਿੱਤਰਤਾ ਸੋਹਣੀ ਹੋ ਗਈ। ਇੱਕ ਦਿਨ ਕੀ ਹੋਇਆ ਵੀ ਉਸਤਾਦ ਨੇ ਪ੍ਰੀਖਿਆ ਲਈ, ਇਹਨਾਂ ਨੂੰ ਕੁਛ ਆਇਆ ਵੀ ਹੈ ਕਿ ਨਹੀਂ ਆਇਆ। ਜਦੋਂ ਪ੍ਰੀਖਿਆ ਲਈ ਤੇ ਦੋਵਾਂ ਨੇ ਆਪਣੇ ਵਾਲਾ ਜ਼ੋਰ ਤੇ ਲਾਇਆ, ਪਰ ਜਿੱਦਾਂ ਦਾ ਉਸਤਾਦ ਨੇ ਸਿਖਾਇਆ ਸੀ ਉਦਾਂ ਦਾ ਆਇਆ ਨਹੀਂ। ਉਸਤਾਦ ਨੇ ਦੋਵਾਂ ਨੂੰ ਮਾਰਿਆ। ਉਹਦਾ ਹੱਕ ਬਣਦਾ ਸੀ। ਉਹ ਇੱਕ ਤੇ ਕਹਿੰਦਾ ਵੀ ਆਪਾਂ ਤਾਂ ਨਹੀਂ ਆਉਣਾ ਕੱਲ ਤੋਂ, ਇੱਥੇ ਮਾਰ ਪੈਂਦੀ ਹੈ, ਮੈਂ ਨਹੀਂ ਆਉਣਾ। ਉਹ ਦੂਜਾ ਕਹਿੰਦਾ ਨਹੀਂ ਮੈਂ ਤੇ ਜਾਵਾਂਗਾ ਭਾਈ, ਸਾਡੀ ਗਲਤੀ ਹੈ, ਅਸੀਂ ਨਹੀਂ ਕੀਤਾ। ਉਸਤਾਦ ਦਾ ਕੋਈ ਕਸੂਰ ਨਹੀਂ ਹੈ, ਉਸਤਾਦ ਨੇ ਸਾਨੂੰ ਸਾਰਾ ਕੁਝ ਸਿਖਾਇਆ, ਉਹਦਾ ਜੋ ਫਰਜ਼ ਬਣਦਾ ਸੀ ਉਹਨੇ ਨਿਭਾਇਆ। ਅੱਜ ਸਾਡਾ ਫਰਜ਼ ਸੀ, ਅਸੀਂ ਉਹਦਾ ਸਿੱਖਿਆ, ਉਹਨੂੰ ਦੱਸ ਸਕਦੇ ਵੀ ਅਸੀਂ ਤੁਹਾਡੇ ਤੋਂ ਆਹ ਕੁਝ ਸਿੱਖਿਆ ਜੀ, ਉਹਦਾ ਸਿਖਾਇਆ ਅਸੀਂ ਦੱਸ ਸਕਦੇ। ਮੈਂ ਤੇ ਜਾਵਾਂਗਾ, ਮੈਂ ਸਿੱਖਾਂਗਾ ਵੀ। ਉਹ ਦੂਜਾ ਕਹਿੰਦਾ ਚੱਲ ਤੂੰ ਏਦਾਂ ਕਰਿਆ ਕਰ, ਤੂੰ ਸਿੱਖ ਕੇ ਆ ਜਾਇਆ ਕਰ, ਆ ਕੇ ਮੈਨੂੰ ਸਿਖਾ ਦਿਆ ਕਰ। ਕਹਿੰਦਾ ਠੀਕ ਹੈ, ਆਪਾਂ ਏਦਾਂ ਕਰ ਲੈਂਗੇ। ਹੁਣ ਉਹਨੇ ਜਾਣਾ, ਰੋਜ਼ ਉਸਤਾਦ ਕੋਲੋਂ ਕਲਾਸ ਲਾਉਣੀ, ਲੈਸਨ ਲੈ ਕੇ ਆ ਜਾਣਾ, ਘਰੇ ਆ ਕੇ ਨਾਲੇ ਆਪ ਤਿਆਰ ਕਰਨਾ ਨਾਲੇ ਉਹਨੂੰ ਸਿਖਾ ਦੇਣਾ। ਹੁਣ ਇੱਕ ਦਿਨ ਐਸਾ ਆ ਗਿਆ ਜਿਹੜਾ ਉਸਤਾਦ ਕੋਲ ਜਾਂਦਾ ਹੈ ਨਾ ਰੋਜ਼, ਉਹ ਸਿੱਖਦਾ। ਉਸਤਾਦ ਕੋਲੋਂ ਮਾਰ ਵੀ ਕਈ ਵਾਰੀ ਪਈ, ਬਹੁਤ ਵਾਰੀ ਉਹਨੇ ਮਾਰ ਵੀ ਖਾਧੀ, ਪਰ ਉਹਨੇ ਜਾਣਾ ਨਹੀਂ ਛੱਡਿਆ। ਇੱਕ ਦਿਨ ਐਸਾ ਆ ਗਿਆ ਜਿੱਦਣ ਉਸਤਾਦ ਕਹਿੰਦਾ ਵੀ ਲੈ ਸੱਜਣਾ, ਜਿੰਨਾ ਕੁ ਮੈਨੂੰ ਆਉਂਦਾ ਮੈਂ ਤੈਨੂੰ ਸਿਖਾਤਾ, ਕਿ ਤੇਰੀ ਮਿਹਨਤ ਹੈ, ਤੂੰ ਜਿੰਨੀ ਕਰ ਲੇਗਾ, ਅੱਜ ਤੋਂ ਬਾਅਦ ਚ ਮੇਰੀਆਂ ਨਜ਼ਰਾਂ 'ਚ ਤੂੰ ਦੂਜਿਆਂ ਵਾਸਤੇ ਉਸਤਾਦ ਹੈ। ਮੈਂ ਤੈਨੂੰ ਕੁਝ ਕੁ ਗੁਰ ਜਿਹੜੇ ਉਹ ਉਸਤਾਦੀ ਦੇਣਾ ਚਾਹੁੰਦਾ। ਠੀਕ ਹੈ, ਉਹਨੇ ਉਸਤਾਦੀ ਗੁਰ ਵੀ ਦੇਤੇ। ਹੁਣ ਉਸਤਾਦ ਨੇ ਉਹਨੂੰ ਕਹਿਤਾ ਵੀ ਅੱਜ ਤੋਂ ਬਾਅਦ ਤੂੰ ਦੂਜਿਆਂ ਲਈ ਉਸਤਾਦ ਬਣ ਸਕਦਾ, ਕਾਬਲ ਹੈ ਤੂੰ ਉਸਤਾਦ ਬਣਨ ਦੇ। ਹੁਣ ਜਿਹੜਾ ਉਹ ਘਰੇ ਆ ਕੇ ਜਿਹਨੂੰ ਸਿਖਾਉਂਦਾ ਸੀ, ਰੋਜ਼ ਸਿਖਾਉਂਦਾ ਗਿਆ, ਅੱਜ ਉਸਤਾਦੀ ਗੁਰ ਨੇ ਉਹਨੂੰ ਵੀ ਦੇਣੇ ਨੇ।
ਉਹ ਦੱਸੀ ਗਿਆ, ਸਿੱਖਿਆ ਨਹੀਂ, ਉਹਦੇ ਕੋਲ ਬਣਿਆ ਕੁਛ ਨਹੀਂ। ਉਹ ਬੜਾ ਹੈਰਾਨ, ਬੜਾ ਜ਼ੋਰ ਵੀ ਲਾਇਆ, 10 ਦਿਨ 15 ਦਿਨ 20 ਦਿਨ ਲੰਘ ਗਏ, ਮਹੀਨਾ ਲੰਘ ਗਿਆ, ਉਹ ਜਿਹੜੇ ਆਖਰੀ ਗੁਰ ਸੀ ਨਾ ਉਹ ਨਹੀਂ ਆਏ। ਬੜਾ ਚਿੰਤਾ ਜੀ ਵਿੱਚ ਪੈ ਗਿਆ ਵੀ ਹੈ ਤੇ ਸੌਖਾ ਹੀ, ਪਰ ਮੈਨੂੰ ਆ ਕਿਉਂ ਨਹੀਂ ਰਿਹਾ। ਹੁਣ ਉਹਨੇ ਨਾ ਇੱਕ ਤਰਕੀਬ ਸੋਚੀ ਵੀ ਮੈਂ ਇੱਕ ਵਾਰੀ ਜਾ ਕੇ ਉਸਤਾਦ ਨੂੰ ਮਿਲਾਂ, ਉਹਦੇ ਤੋਂ ਪੁੱਛਾਂ ਵੀ ਕਾਰਨ ਕੀ ਹੈ। ਹੁਣ ਜਦੋਂ ਉਸਤਾਦ ਕੋਲ ਗਿਆ ਨਾ, ਉਹਨੇ ਜਾ ਕੇ ਪੁੱਛਿਆ, ਜੋ ਉਹਦਾ ਫਰਜ਼ ਸੀ ਉਹਨੇ ਨਿਭਾਇਆ, ਜਾ ਕੇ ਉਹਦੇ ਅੱਗੇ ਨਮਸਕਾਰ ਕੀਤੀ ਤੇ ਕਹਿੰਦਾ ਜੀ ਮੈਂ ਪਛਾਣ ਲਿਆ ਉਸਤਾਦ ਨੇ। ਕਹਿੰਦਾ ਦੱਸ ਭਾਈ ਕਿੱਧਰ ਆਇਆ। ਕਹਿੰਦਾ ਜੀ ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛਣ ਆਇਆ। ਦੱਸ। ਕਹਿੰਦਾ ਜੀ ਮੈਂ ਤੁਹਾਡੀ ਮਾਰ ਤੋਂ ਡਰ ਕੇ ਤੇ ਮੁੜ ਕੇ ਆਇਆ ਨਹੀਂ। ਇਹ ਨਹੀਂ ਵੀ ਮੈਂ ਸਿੱਖਿਆ ਨਹੀਂ, ਸਿੱਖਿਆ ਮੈਂ ਉਹ ਸਾਰਾ ਕੁਝ ਹੈ ਜੋ ਤੁਸੀਂ ਸਿਖਾਇਆ, ਮੈਂ ਦੂਜੇ ਕੋਲੋਂ ਸਿੱਖਦਾ ਰਿਹਾ, ਪਰ ਆਖਰੀ ਦਿਨ ਤੁਸੀਂ ਉਹਨੂੰ ਕੁਝ ਕੁ ਉਸਤਾਦੀ ਗੁਰ ਦਿੱਤੇ ਨੇ, ਉਹ ਮੈਂ ਅੱਜ ਤੱਕ ਮਹੀਨਾ ਹੋ ਗਿਆ ਮੇਰੇ ਕੋਲੋਂ ਉਹ ਗੁਰ ਨਹੀਂ ਆਏ। ਮੈਨੂੰ ਕਾਰਨ ਦੱਸ ਸਕਦੇ ਹੋ? ਉਹਨੇ ਬੜਾ ਸਿੱਧਾ ਜਿਹਾ ਕਾਰਨ ਦੱਸਿਆ। ਕਹਿੰਦਾ ਪਹਿਲੋਂ ਤੇ ਇਹ ਦੱਸ ਤੂੰ ਸਿੱਖਿਆ ਕੀ ਹੈ। ਉਹਨੇ ਜੋ ਜੋ ਸਿੱਖਿਆ ਉਹਨੇ ਦੱਸਤਾ। ਉਸਤਾਦ ਵੀ ਹੈਰਾਨ, ਇਹ ਸਾਰਾ ਕੁਝ ਸਿੱਖਿਆ। ਫਿਰ ਉਹਨੇ ਉਹਨੂੰ ਜਵਾਬ ਦਿੱਤਾ ਉਹਦੇ ਗੁਰ ਉਸਤਾਦੀ ਨਾ ਸਿੱਖੇ ਜਾਣ ਤੋਂ। ਕਹਿੰਦਾ ਸੱਜਣਾ, ਸਿੱਖਣ ਵਿੱਚ ਕੋਈ ਤੂੰ ਕੁਤਾਹੀ ਨਹੀਂ ਕੀਤੀ, ਸਾਰਾ ਕੁਝ ਸਿੱਖਿਆ, ਜੋ ਮੈਂ ਸਿਖਾਇਆ ਉਹਨੇ ਤੈਨੂੰ ਸਿਖਾਤਾ। ਪਰ ਖਿਆਲ ਰੱਖੀ, ਉਹ ਸਿੱਖਦਿਆਂ ਸਿੱਖਦਿਆਂ ਜੋ ਉਹਨੇ ਆਪਣੇ ਤਨ ਤੇ ਸਿਆ ਹੈ ਨਾ, ਤੂੰ ਸਿਆ ਕੋਈ ਨਹੀਂ, ਬਸ ਆਹੀ ਕਾਰਨ ਹੈ ਤੈਨੂੰ ਉਸਤਾਦੀ ਗੁਰ ਨਹੀਂ ਆਏ। ਜੋ ਉਹਨੇ ਉਸਤਾਦ ਦੀਆਂ ਝਿੜਕਾਂ ਜਾਂ ਜੋ ਉਸਤਾਦ ਦੀ ਮਾਰ ਉਹਨੇ ਆਪਣੇ ਤਨ ਤੇ ਸਹੀ ਹੈ ਨਾ, ਉਹ ਤੂੰ ਨਹੀਂ ਸਹੀ। ਜੇ ਤੂੰ ਸਹਿ ਜਾਂਦਾ ਤੇ ਅੱਜ ਤੇਰੇ ਕੋਲ ਵੀ ਆ ਗੁਰ ਹੁੰਦਾ, ਪਰ ਤੂੰ ਸਹੀ ਨਹੀਂ। ਨਾ ਤੈਨੂੰ ਮਾਰਿਆ ਕਿਸੇ ਨੇ, ਨਾ ਤੈਨੂੰ ਝਿੜਕਿਆ ਕਿਸੇ ਨੇ। ਤੈਨੂੰ ਕਿਸੇ ਨੇ ਇਹ ਥੋੜੀ ਕਹਿਣਾ ਤੂੰ ਗਲਤ ਕਰ ਰਿਹਾ ਹੈ। ਤੈਨੂੰ ਕਿਸੇ ਨੇ ਇਹ ਨਹੀਂ ਕਹਿਣਾ ਤੂੰ ਠੀਕ ਹੈ ਜਾਂ ਤੂੰ ਗਲਤ ਕਰ ਰਿਹਾ ਹੈ। ਤੈਨੂੰ ਇਸ ਢੰਗ ਨਾਲ ਕਰਨਾ ਚਾਹੀਦਾ। ਤੂੰ ਸਿਰਫ ਉਹਦੇ ਕੋਲੋਂ ਲੈਸਨ ਪੁੱਛ ਲੈਣਾ, ਉਹ ਤੈਨੂੰ ਦੱਸ ਦਿੰਦਾ। ਤਿਆਰੀ ਤੂੰ ਜਿੱਦਾਂ ਤੇਰਾ ਚਿੱਤ ਕਰਦਾ ਉਦਾਂ ਕਰ ਲੈਣਾ। ਪਰ ਜੋ ਉਹਨੇ ਆਪਣੇ ਤਨ ਤੇ ਸਿਆ ਨਾ, ਉਹ ਤੂੰ ਨਹੀਂ ਸਿਆ। ਬਸ ਆਹੀ ਕਾਰਨ ਹੈ ਅੱਜ ਤੇਰੇ ਕੋਲ ਹੈ ਬਹੁਤ ਕੁਝ, ਪਰ ਉਹ ਨਹੀਂ। ਜਿੰਨਾ ਗੁਰਾਂ ਨੇ ਤੈਨੂੰ ਉਸਤਾਦ ਬਣਾਉਣਾ ਨਾ, ਮਤਲਬ ਜਿਹੜੇ ਗੁਣਾਂ ਨੇ ਤੈਨੂੰ ਉਸਤਾਦ ਬਣਾ ਕੇ ਸੰਸਾਰ ਵਿੱਚ ਖੜਿਆ ਕਰਨਾ, ਅੱਜ ਤੇਰੇ ਕੋਲ ਉਹ ਗੁਣ ਨਹੀਂ ਹੈ ਤੇ ਉਹ ਤੈਨੂੰ ਆਉਣੇ ਵੀ ਨਹੀਂ ਜਦੋਂ ਤੱਕ ਉਸਤਾਦ ਕੋਲ ਆ ਕੇ ਸਿੱਖ ਨਹੀਂ ਹੋ ਲੈਂਦਾ। ਇਹ ਮੈਂ ਪੱਖ ਇਸ ਕਰਕੇ ਰੱਖ ਰਿਹਾ, ਗੁਰਬਾਣੀ ਪੜ੍ਹਦੇ ਆ ਨਾ, ਕਈ ਵਾਰ ਮਾਲਕ ਪਾਤਸ਼ਾਹ ਸਾਡੇ ਹਿਰਦਿਆਂ ਨੂੰ ਝੰਜੋੜਦੇ ਨੇ। ਗਾਫਲਤਾ 'ਚ ਸੁੱਤੇ ਪਏ ਆ, ਝੰਜੋੜ ਕੇ ਹੀ ਠਾਉਣਾ ਪੈਣਾ। ਕਈ ਵਾਰ ਗੁਰੂ ਸਾਹਿਬ ਥੋੜੇ ਜਿਹੇ ਲਫ਼ਜ਼ ਕਠੋਰ ਵੀ ਵਰਤਦੇ ਨੇ, ਉਹ ਵੀ ਸਹਿਣੇ ਪੈਣਗੇ। ਜਿਹੜਾ ਤੇ ਸਹਿ ਜਾਂਦਾ ਹੈ ਉਹ ਤੇ ਗਿਆਨ ਦੇ ਚਾਨਣ ਦਾ ਬੜਾ ਵੱਡਾ ਭੰਡਾਰ ਬਣ ਜਾਂਦਾ। ਜਿਹੜਾ ਤੇ ਸਹਿ ਜਾਂਦਾ ਉਹ ਤੇ ਇਸ ਅਵਸਥਾ ਤੇ ਆ ਕੇ ਖੜੋ ਜਾਂਦਾ, ਜੇ ਗੁਰ ਝਿੜਕੇ ਤਾਂ ਮੀਠਾ ਲੱਗ ਗਿਆ। ਉਹ ਤੇ ਇਹ ਗੱਲ ਮੰਨ ਲੈਂਦਾ ਵੀ ਮੈਨੂੰ ਤਾਂ ਚੰਗਾ ਲੱਗਦਾ, ਮੈਂ ਉਸਤਾਦ ਕੋਲੋਂ ਸਿੱਖ ਰਿਹਾ, ਉਸਤਾਦ ਕੋਲੋਂ ਸਿੱਖਣ ਦਾ ਮੌਕਾ ਮਿਲਿਆ, ਸਬੱਬ ਮਿਲਿਆ, ਮੈਨੂੰ ਤੇ ਚੰਗਾ ਹੀ ਬਹੁਤ ਲੱਗਦਾ ਜੇ ਮੇਰਾ ਗੁਰੂ ਮੈਨੂੰ ਝਿੜਕਦਾ ਵੀ ਹੈ। ਤੇ ਗੁਰਬਾਣੀ ਸਾਡੇ ਉਸਤਾਦ ਹੈ, ਗੁਰਬਾਣੀ ਸਾਡਾ ਗੁਰੂ ਹੈ, ਅਸੀਂ ਸਿੱਖਣਾ ਇਹਦੇ ਕੋਲੋਂ। ਹੁਣ ਜਿਹੜਾ ਤੇ ਸਹਿ ਗਿਆ ਉਹ ਤੇ ਤਰ ਗਿਆ, ਉਹ ਤੇ ਗਿਆਨ ਦਾ ਚਾਨਣ, ਗਿਆਨ ਦਾ ਬੜਾ ਵੱਡਾ ਭੰਡਾਰ ਬਣ ਗਿਆ। ਤੇ ਕਈ ਐਸੇ ਵੀ ਨੇ ਜਿਹੜੇ ਕਹਿੰਦੇ ਆਹ ਸ਼ਬਦ ਚੰਗਾ ਨਹੀਂ ਲੱਗਦਾ। ਇੱਥੇ ਆ ਕੇ ਸਾਨੂੰ ਜਿਹੜਾ ਨਾ ਉਹ ਇੰਜ ਲੱਗਦਾ ਵੀ ਜਿਵੇਂ ਸਾਨੂੰ ਸਤਿਗੁਰੂ ਮਾੜਾ ਕਹਿ ਰਹੇ ਨੇ। ਪਰ ਸੱਜਣਾ, ਉਸਤਾਦ ਕਦੇ ਆਪਣੇ ਸ਼ਾਗਿਰਦ ਨੂੰ ਮਾੜਾ ਨਹੀਂ ਕਹਿੰਦਾ। ਉਹਨੂੰ ਇਹ ਹੀ ਹੁੰਦਾ ਵੀ ਜਿਹੜਾ ਆਇਆ ਮੈਂ ਉਹਨੂੰ ਕੁਝ ਨਾ ਕੁਝ ਸਿਖਾ ਕੇ ਭੇਜਾਂ, ਕੱਲ ਨੂੰ ਕਿਤੇ ਸਮਾਜ ਵਿੱਚ
ਉਹ ਕੁਛ ਕਰਨ ਜੋਗਾ ਹੋ ਜਾਏ ਤੇ ਸਮਾਜ ਕਿਤੇ ਉਹਨੂੰ ਮਾੜਾ ਕਹਿਣ ਦੀ ਬਜਾਏ ਮੈਨੂੰ ਵੀ ਨਾਲ ਮਾੜਾ ਨਾ ਆਖੇ। ਇਹਨਾਂ ਸਾਰੀਆਂ ਗੱਲਾਂ ਨੂੰ ਖਿਆਲ 'ਚ ਰੱਖਦੇ ਆ। ਸਿਖਾਉਣ ਵਾਲਾ ਬੜੇ ਚੰਗੇ ਢੰਗ ਨਾਲ ਸਿਖਾਉਂਦਾ। ਕਿਤੇ ਭਾਈ ਸੁਥਰੇ ਸ਼ਾਹ ਵਰਗਾ ਜੀਵਨ ਬਣ ਜੇ ਨਾ, ਜਿਵੇਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਆ, ਮਾਲਕ ਪਾਤਸ਼ਾਹ ਗੁਰਬਾਣੀ ਦਾ ਸਿਧਾਂਤ ਸਿੱਖਿਆ ਸਿੱਖਾਂ ਨੂੰ ਦੇ ਰਹੇ। ਭਾਈ ਸੁਥਰੇ ਸ਼ਾਹ ਵੀ ਬੈਠਾ ਰਿਹਾ, ਕਿੰਨਾ ਚਿਰ ਸੁਣਦਾ ਰਿਹਾ। ਕੁਝ ਚਿਰ ਬਾਅਦ ਉੱਠ ਕੇ ਤੇ ਪਿੱਠ ਕਰਕੇ ਗੁਰੂ ਸਾਹਿਬ ਵਾਲੇ ਪਾਸੇ ਬਹਿ ਗਿਆ। ਸਿੱਖਾਂ ਨੇ ਇਤਰਾਜ਼ ਜਤਾਇਆ। ਹੁਣ ਸਤਿਗੁਰੂ ਜਾਣਦੇ ਸੀ ਵੀ ਸੁਥਰੇ ਸ਼ਾਹ ਪਿੱਠ ਕਰਕੇ ਕਿਉਂ ਬੈਠਾ, ਪਰ ਸਿੱਖਾਂ ਨੂੰ ਨਹੀਂ ਸੀ ਪਤਾ। ਉਹਨਾਂ ਨੇ ਸਿਰਫ ਕਾਇਆ ਵੇਖੀ, ਉਹਨਾਂ ਨੇ ਸਰੀਰ ਵੇਖਿਆ ਵੀ ਗੁਰੂ ਸਾਹਿਬ ਵੱਲ ਪਿੱਠ ਕਰਕੇ ਬੈਠਾ। ਉਹਨਾਂ ਨੇ ਜਾ ਕੇ ਸਤਿਗੁਰੂ ਨੂੰ ਸ਼ਿਕਾਇਤ ਕਰਤੀ ਵੀ ਸਤਿਗੁਰੂ ਸੁਥਰੇ ਸ਼ਾਹ ਪਿੱਛੇ ਜਾ ਕੇ ਤੁਹਾਡੇ ਵੱਲ ਪਿੱਠ ਕਰਕੇ ਬੈਠਾ। ਸਤਿਗੁਰੂ ਨੇ ਕੋਲੇ ਸੱਦ ਲਿਆ, ਕਹਿੰਦੇ ਆ ਵੀ ਸੁਥਰਿਆ, ਆ ਤੇਰੀ ਸ਼ਿਕਾਇਤ ਲੈ ਕੇ ਆਏ ਵੀ ਤੂੰ ਸਾਡੇ ਵੱਲ ਪਿੱਠ ਕੀਤੀ ਹੈ। ਸਤਿਗੁਰੂ ਦੇ ਸਾਹਮਣੇ ਖੜੋਤੇ ਸੁਥਰੇ ਸ਼ਾਹ ਨੇ ਜਵਾਬ ਤਾਂ ਕੀ ਦਿੱਤਾ, ਕਹਿੰਦਾ ਮਾਲਕਾ ਗੁਰਬਾਣੀ ਚਪੇੜਾਂ ਹੀ ਇੰਨੀਆਂ ਮਾਰਦੀ ਵੀ ਮੂੰਹ ਨਾ ਥੱਕ ਗਿਆ ਖਾ ਕੇ, ਮੈਂ ਤਾਂ ਪਿੱਠ ਕਰ ਲਈ ਵੀ ਹੁਣ ਇਹਦੇ ਤੇ ਮਾਰ ਲਓ ਜਿੰਨੀਆਂ ਕੁ ਮਾਰਨੀਆਂ ਨੇ। ਵੇਖਣ ਵਾਲੇ ਨੇ ਤੇ ਕੱਲੀ ਕਾਇਆ ਹੀ ਵੇਖੀ ਨਾ, ਸਿਰਫ ਸਰੀਰ ਵੇਖਿਆ ਵੀ ਪਿੱਠ ਕਰਕੇ ਬਹਿ ਗਿਆ, ਪਰ ਜੋ ਅੰਦਰ ਸੀ ਉਹਨੂੰ ਸ਼ਾਇਦ ਕੋਈ ਸਮਝ ਨਹੀਂ ਸਕਿਆ। ਉਹ ਉਦੋਂ ਹੀ ਪਤਾ ਲੱਗਾ ਜਦੋਂ ਆ ਕੇ ਸੁਥਰੇ ਸ਼ਾਹ ਨੇ ਆਪਣੀ ਜ਼ੁਬਾਨ ਤੋਂ ਬੋਲ ਕੇ ਦੱਸਿਆ ਵੀ ਆਹ ਕਾਰਨ ਹੈ। ਤੇ ਇਹ ਖਿਆਲ ਜ਼ਰੂਰ ਸਾਨੂੰ ਰੱਖਣਾ ਪਏਗਾ, ਸਮਝਣਾ ਪਏਗਾ ਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾ ਨਾ ਕਾਮਯਾਬੀ, ਨਾ ਗੁਰੂ ਤੋਂ ਬਿਨਾ ਚੰਗੀ ਸੋਝੀ, ਤੇ ਨਾ ਹੀ ਗੁਰੂ ਤੋਂ ਬਿਨਾ ਮੁਕਤੀ ਜਿਹੜੀ ਉਹ ਮਿਲ ਸਕਦੀ ਹੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕਟਹਿ ਸਭ ਤੇਰੇ। ਫਿਰ ਕਹਿੰਦੇ ਮੇਰੇ ਮਨਾ ਗੁਰ ਕਰ ਸੱਚ ਵਿਚਾਰ, ਜਿਹੜੀ ਗੁਰੂ ਦੀ ਦਿੱਤੀ ਹੋਈ ਵਿਚਾਰ ਹੈ ਨਾ, ਇਹਨੂੰ ਧਾਰਨ ਕਰੇ, ਤੇਰੇ ਲਈ ਬੜੀ ਵੱਡੀ ਸਿਆਣਪ ਹੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਉਹ ਮੇਰੇ ਮਨਾ ਗੁਰੂ ਦੀ ਦਿੱਤੀ ਵਿਚਾਰ ਨੂੰ ਕਿਤੇ ਧਾਰਨ ਕਰ। ਗੁਰੂ ਦੀ ਦਿੱਤੀ ਹੋਈ ਵਿਚਾਰ ਨੂੰ ਜਦੋਂ ਧਾਰਨ ਕਰੇਗਾ, ਗੁਰੂ ਦਾ ਦਿੱਤਾ ਹੋਇਆ ਜਿਹੜਾ ਸ਼ਬਦ ਰੂਪੀ ਖਜ਼ਾਨਾ ਨਾ, ਅਹਿਲੇ ਕਲਾਮ ਜਿਹੜਾ ਹੈ, ਬਾਣੀ ਜਿਹੜੀ ਗੁਰੂ ਦੀ, ਜਦੋਂ ਉਹਦੇ ਨਾਲ ਨਾ ਗੁਰੂ ਨੇ ਤੈਨੂੰ ਮਾਲਾ ਮਾਲ ਕੀਤਾ, ਅਗਨ ਕੱਟੈ ਸਭ ਤੇਰੇ, ਤੇਰੇ ਸਾਰੇ ਦੇ ਸਾਰੇ ਪਾਪ ਕੱਟ ਦੇਗਾ। ਪਰ ਅਹਿਲੇ ਕਲਾਮ ਲੈਣ ਵਾਸਤੇ, ਗੁਰੂ ਦਾ ਸ਼ਬਦ ਰੂਪ ਖਜ਼ਾਨਾ ਲੈਣ ਵਾਸਤੇ, ਗੁਰੂ ਕੀ ਬਾਣੀ ਲੈਣ ਵਾਸਤੇ ਤੂੰ ਕਿੰਨੀ ਕੁ ਤਿਆਰੀ, ਝੋਲੀ ਕਿੰਨੀ ਕੁ ਫੈਲਾ ਕੇ ਬੈਠਾ। ਅਹਿਲੇ ਕਲਾਮ ਗੁਰੂ ਕਾ ਖਜ਼ਾਨਾ ਤੇ ਤਾਂ ਹੀ ਸਾਨੂੰ ਮਿਲੇਗਾ ਨਾ ਜੇ ਅਸੀਂ ਕੁਛ ਖੱਪਰ ਅੱਗੇ ਕਰਕੇ, ਝੋਲੀ ਅੱਗੇ ਕਰਕੇ, ਪੱਲਾ ਅੱਗੇ ਕਰਕੇ ਗੁਰੂ ਕੋਲੋਂ ਮੰਗਾਂਗੇ ਤੇ ਤਾਂ ਹੀ ਗੁਰੂ ਨੇ ਪੱਲੇ 'ਚ ਪਾਉਣਾ। ਅਸੀਂ ਹੁਣ ਪੱਲਾ ਇਕੱਠਾ ਕਰਕੇ ਤੇ ਆਪਣੀ ਬੁੱਕਲ 'ਚ ਰੱਖਿਆ ਹੋਵੇ ਵੀ ਮੈਂ ਤੇ ਨਹੀਂ ਮੰਗਦਾ, ਨਾ ਮੈਂ ਕਿਸੇ ਕੋਲੋਂ ਮੰਗਿਆ ਕਦੇ, ਫਿਰ ਖਜ਼ਾਨਾ ਕਿੱਥੋਂ ਮਿਲ ਜਾਣਾ। ਗੁਰੂ ਕੋਲੋਂ ਆ ਕੇ ਤੇ ਮੰਗਣਾ ਹੀ ਪਏਗਾ ਨਾ, ਸਤਿਗੁਰੂ ਕੋਲੋਂ ਆ ਕੇ ਤੇ ਖਜ਼ਾਨਾ ਮੰਗਣਾ ਹੀ ਪੈਣਾ। ਭਾਵੇਂ ਅਸੀਂ ਜਿੰਨਾ ਮਰਜ਼ੀ ਯਤਨ, ਜਿੰਨਾ ਮਰਜ਼ੀ ਆਪਣੇ ਆਪ ਨੂੰ ਚੰਗੇ ਸਮਝੀ ਜਾਈਏ, ਜੀ ਮੈਂ ਨਹੀਂ ਮੰਗਦਾ ਕਿਸੇ ਕੋਲੋਂ, ਸੱਜਣਾ ਬੜੀ ਚੰਗੀ ਗੱਲ ਹੈ ਤੂੰ ਕਿਸੇ ਕੋਲੋਂ ਨਹੀਂ ਮੰਗਦਾ, ਪਰ ਇੰਨਾ ਖਿਆਲ ਰੱਖੀ ਗੁਰੂ ਤੋਂ ਮੰਗੇ ਬਿਨਾ ਛੁਟਕਾਰਾ ਵੀ ਨਹੀਂ ਹੋਣਾ। ਗੁਰੂ ਤੋਂ ਬਿਨਾ ਦੇਣਾ ਕਿੰਨੇ ਤੈਨੂੰ? ਹਾਂ, ਦੁਨੀਆ ਕੋਲੋਂ ਨਹੀਂ ਮੰਗਦਾ, ਬੜੀ ਚੰਗੀ ਗੱਲ ਹੈ। ਦੁਨੀਆ ਕੋਲੋਂ ਮੰਗਣਾ ਵੀ ਕਿਉਂ? ਕਿਸੇ ਮਨੁੱਖ ਕੋਲੋਂ ਕਿਉਂ ਮੰਗਣਾ? ਗੁਰੂ ਕੋਲੋਂ ਮੰਗ ਜਿਹੜਾ ਦੇ ਕੇ ਕਦੇ ਚਤਾਰਦਾ ਨਹੀਂ। ਗੁਰੂ ਕੋਲੋਂ ਮੰਗ ਜਿਹੜਾ ਦੇਣ ਲੱਗਿਆ ਕਦੇ ਇਨਕਾਰ ਨਹੀਂ ਕਰਦਾ। ਗੁਰੂ ਕੋਲੋਂ ਮੰਗ ਜਿਹੜਾ ਕਦੇ ਦੇਣ ਤੋਂ ਮਨਾ ਨਹੀਂ ਕਰਦਾ, ਦੇ ਕੇ ਕਦੇ ਪਛਤਾਉਂਦਾ ਨਹੀਂ। ਸੱਜਣਾ, ਸੰਸਾਰ ਕੋਲੋਂ ਮੰਗ ਕੇ ਵੀ ਕੀ ਕਰਨਾ, ਪਰ ਜੇ ਇਹ ਸੋਚ ਕੇ ਰੱਖੇ ਜਾਂ ਆਪਣੇ ਮਨ 'ਚ ਇਹ ਵਿਚਾਰ ਰੱਖ ਕੇ ਬੈਠ ਜਾਏ ਮੈਂ ਦੁਨੀਆ ਕੋਲੋਂ ਵੀ ਨਹੀਂ ਮੰਗਦਾ ਤੇ ਮੈਂ ਗੁਰੂ ਕੋਲੋਂ ਵੀ ਨਹੀਂ ਮੰਗਣਾ, ਫਿਰ ਇੰਨਾ ਵੀ ਚੇਤਾ ਰੱਖੀ ਛੁਟਕਾਰਾ ਵੀ ਕਿਤੇ ਨਹੀਂ ਹੋਣਾ। ਛੁਟਕਾਰਾ ਤੇ ਗੁਰੂ ਨੇ ਕਰਾਉਣਾ। ਅਰਦਾਸਾਂ ਗੁਰੂ ਅੱਗੇ ਕਰਨੀਆਂ ਹੀ ਪੈਣਗੀਆਂ, ਅਰਜ਼ੋਈਆਂ ਤੇ ਕਰਨੀਆਂ ਪੈਣੀਆਂ। ਤੇ ਮਨ ਨੂੰ ਕਹਿੰਦੇ ਮਨਾ ਪਟ ਨਲ ਜੀ
ਵੀ ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਘਨ ਕੱਟੈ ਸਭ ਤੇਰੇ। ਤੇਰੇ ਸਾਰੇ ਦੇ ਸਾਰੇ ਅਘਨ ਕੱਟਣ ਵਾਸਤੇ ਗੁਰੂ ਆਪ ਬੈਠੇ ਹਨ। ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਫਿਰ ਮਨ ਨੂੰ ਕਹਿੰਦੇ, ਮਨਾ ਕਿਤੇ ਆਪਣੀਆਂ ਅੱਖਾਂ ਨਾਲ ਗੁਰੂ ਨੂੰ ਵੇਖ ਤੇ ਸਹੀ, ਕਿਤੇ ਰਸਨਾ ਨਾਲ ਗੁਰੂ ਦੇ ਬਚਨ ਬੋਲ ਕੇ ਤੇ ਵੇਖ। ਗੁਰ ਨੈਣ ਬੈਣ ਗੁਰ ਗੁਰ ਕਰੋ। ਹੁਣ ਆ ਬਾਹਰੀ ਅੱਖਾਂ ਨਹੀਂ, ਗਿਆਨ ਕਦੇ ਅੱਖਾਂ ਨਾਲ ਦਿਸਿਆ ਨਹੀਂ। ਬਾਹਰੀ ਤੌਰ ਦੀਆਂ ਅੱਖਾਂ ਨਾਲ ਕਿਸੇ ਨੇ ਗਿਆਨ ਵੇਖਿਆ? ਜਿਹਨੂੰ ਮਿਲ ਜਾਂਦਾ ਸੀ ਉਹਦੇ ਵਿਚਰਨ ਦੇ ਤਰੀਕੇ ਤੋਂ, ਉਹਦੇ ਬੋਲਣ ਦੇ ਢੰਗ ਤੋਂ, ਉਹਦੇ ਰਹਿਣ ਸਹਿਣ ਦੇ ਤਰੀਕੇ ਤੋਂ ਅਸੀਂ ਕਹਿੰਨੇ ਵੀ ਭਾਈ ਐਜੂਕੇਟਡ ਪਰਸਨ ਹੈ, ਪੜ੍ਹਿਆ ਲਿਖਿਆ ਹੈ। ਸਾਨੂੰ ਨਹੀਂ ਪਤਾ ਵੀ ਉਹਦੇ ਕੋਲ ਕੀ ਹੈ ਤੇ ਕੀ ਨਹੀਂ। ਅੱਖਾਂ ਨਾਲ ਅਸੀਂ ਪਰਖ ਕੇ ਨਹੀਂ ਦੱਸ ਸਕਦੇ, ਅਸੀਂ ਵੇਖ ਕੇ ਨਹੀਂ ਕਹਿ ਸਕਦੇ ਵੀ ਇਹ ਗਿਆਨ ਹੈ ਕਿ ਨਹੀਂ ਹੈ, ਪਰ ਉਹਦੇ ਰਹਿਣ ਸਹਿਣ, ਉਹਦੇ ਵਿਚਰਨ ਦੇ ਢੰਗ ਤੋਂ, ਉਹਦੇ ਬੋਲਣ ਦੇ ਤਰੀਕੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹਦੇ ਕੋਲ ਗਿਆਨ ਹੈ। ਅੱਖਾਂ ਨਾਲ, ਬਾਹਰੀ ਤੌਰ ਦੀਆਂ ਅੱਖਾਂ ਨਾਲ ਕਦੇ ਗਿਆਨ ਦੱਸਿਆ ਨਹੀਂ। ਬਾਹਰੀ ਤੌਰ ਦੀਆਂ ਅੱਖਾਂ ਨਾਲ ਕਦੇ ਪਰਮੇਸ਼ਵਰ ਵੀ ਨਹੀਂ ਜੇ ਨਜ਼ਰ ਆਇਆ। ਤੇ ਇੰਨਾ ਕੁ ਖਿਆਲ ਰੱਖਿਓ, ਧਰਮ ਜਿਹੜਾ ਹੈ ਨਾ, ਧਰਮ ਜਿਹੜਾ ਵਿਸ਼ਾ ਹੈ, ਇਹ ਮਨ ਦਾ ਹੈ, ਸਰੀਰ ਦਾ ਨਹੀਂ। ਸਰੀਰਕ ਤੌਰ ਉੱਤੇ ਸਾਡੇ ਕੋਲ ਧਰਮ ਦਾ ਪਹਿਰਾਵਾ ਹੈ, ਮੁਬਾਰਕ ਬਾਤ ਹੈ, ਹੋਣਾ ਵੀ ਚਾਹੀਦਾ ਹੈ, ਇਹ ਲਾਜ਼ਮੀ ਵੀ ਹੈ। ਪਰ ਜੇ ਮਨ ਕਰਕੇ ਸਾਡੇ ਕੋਲ ਧਰਮ ਨਹੀਂ ਨਾ, ਹੋ ਸਕਦਾ ਸਾਡਾ ਸਰੀਰਕ ਤੌਰ ਤੇ ਪਹਿਨਿਆ ਪਹਿਰਾਵਾ ਜਿਹੜਾ ਉਹ ਵੀ ਕਿਸੇ ਲੇਖੇ 'ਚ ਨਾ ਪਵੇ। ਜੇ ਸਾਡੇ ਕੋਲ ਮਨ ਕਰਕੇ ਧਰਮ ਹੈ, ਇੰਨਾ ਕੁ ਖਿਆਲ ਜ਼ਰੂਰ ਰੱਖਿਓ, ਸਰੀਰਕ ਪਹਿਰਾਵਾ ਵੀ ਲਾਜ਼ਮੀ। ਅਸੀਂ ਇਹ ਨਹੀਂ ਕਹਿ ਸਕਦੇ ਮੇਰੇ ਕੋਲ ਮਨ ਕਰਕੇ ਧਰਮ ਹੈ ਜੀ, ਪਹਿਰਾਵਾ ਮੈਂ ਕੀ ਕਰਨਾ। ਪਹਿਰਾਵਾ ਫਿਰ ਵੀ ਚਾਹੀਦਾ ਹੈ। ਬੜੀ ਚੰਗੀ ਗੱਲ ਹੈ, ਤੂੰ ਸੱਜਣਾ ਮਨ ਕਰਕੇ ਧਰਮ ਕਮਾ ਰਿਹਾ, ਤੂੰ 70% ਧਰਮੀ ਹੈ, ਪਰ ਜਿਹੜਾ ਹੁਣ ਸਰੀਰ ਕਰਕੇ 30% ਬਾਕੀ, ਤੈਨੂੰ ਉਹ ਵੀ ਕਮਾਉਣਾ ਪਏਗਾ। ਹਾਂ, ਜੇ ਇਕੱਲਾ ਸਰੀਰ ਕਰਕੇ ਕਮਾ ਰਹੇ ਹੈ, ਉਹ ਤੇਰਾ 30% ਹੈ। ਹੁਣ 30% ਵਾਲੇ ਨੇ ਕਿੱਧਰ ਜਾਣਾ? 70% ਤੇਰੇ ਬਾਕੀ ਮਨ ਕਰਕੇ ਤੇ ਕਮਾਉਣਾ ਹੀ ਨਹੀਂ ਆਇਆ। ਇਸ ਲਈ ਮਨ ਨੂੰ ਆਖਿਆ, ਮਨਾ ਕਿਤੇ ਤੂੰ ਆਪਣੀਆਂ ਅੱਖਾਂ ਨਾਲ ਗੁਰੂ ਨੂੰ ਵੇਖ। ਮਨਾ ਤੂੰ ਵੇਖ, ਆਹ ਅੱਖਾਂ ਨੇ ਨਹੀਂ ਵੇਖਣਾ। ਤੇ ਮਨਾ ਕਿਤੇ ਤੂੰ ਜਪ ਆਪਣੀ ਰਸਨਾ ਦੇ ਨਾਲ ਤੈਨੂੰ ਬਣਨਾ ਆ ਜਾਏ, ਆ ਜ਼ੁਬਾਨ ਨੇ ਨਹੀਂ ਬਣਨਾ। ਕਿਤੇ ਮਨ ਨੂੰ ਭਣਨ ਦੀ ਜਾਚ ਆ ਜਾਏ, ਮਨ ਨੂੰ ਬੋਲਣ ਦੀ ਜਾਚ ਆ ਜਾਏ। ਗੁਰ ਸਤ ਕਵ ਨਲਿਓ ਕਹੈ, ਕਹਿੰਦੇ ਫਿਰ ਕਵੀ ਨਲ ਜੀ ਕਹਿੰਦੇ ਮੈਂ ਆਖ ਰਿਹਾ ਕਿ ਉਹ ਗੁਰੂ ਕਰ ਜਿਹੜਾ ਸਦੀਵ ਰਹਿਣ ਵਾਲਾ ਹੈ, ਜਿਹੜਾ ਕਦੇ ਨਾਸ਼ ਹੋਣ ਵਾਲਾ ਨਹੀਂ। ਮਨਾ ਕਿਤੇ ਉਹਨੂੰ ਵੇਖ ਲਾ, ਕਿਤੇ ਉਹਦੇ ਬਚਨ, ਉਹਨੂੰ ਬੋਲਣ ਦੀ ਜਾਚ ਵੀ ਕਿਤੇ ਸਿੱਖ ਲਾ, ਕਿਉਂਕਿ ਮੈਂ ਇਹ ਗੱਲ ਪਰਖ ਕੇ ਵੇਖ ਚੁੱਕਿਆ, ਜਿਨ ਗੁਰ ਨਾ ਦੇਖਿਓ, ਜਿਨੇ ਗੁਰੂ ਨਹੀਂ ਵੇਖਿਆ, ਨਹ ਕੀਓ ਨਹੀਂ ਕੀਤਾ, ਤੇ ਅਕਿਆਥ ਸੰਸਾਰ ਮੈਂ, ਉਹਨਾਂ ਦਾ ਸੰਸਾਰ ਤੇ ਆਉਣਾ ਕਿਸੇ ਲੇਖੇ ਵਿੱਚ ਨਹੀਂ ਪਿਆ, ਵਿਅਰਥ ਚਲੇ ਗਏ। ਉਹਨਾਂ ਦੇ ਪ੍ਰਤੀ ਤੇ ਧੰਨ ਗੁਰੂ ਅਮਰਦਾਸ ਬੋਲ ਉੱਠੇ, ਤੇ ਮਾਲਕ ਕਹਿੰਦੇ ਨਿਗੁਰੇ ਕਾ ਹੈ ਨਾਉ ਬੁਰਾ, ਜਿਹਨੂੰ ਅਜੇ ਤੱਕ ਗੁਰੂ ਧਾਰਨ ਹੀ ਨਹੀਂ ਕਰਨਾ ਆਇਆ, ਜਿਹੜਾ ਕਰ ਹੀ ਨਾ ਸਕਿਆ, ਨਾ ਗੁਰੂ ਦੇ ਦਰਸ਼ਨ ਤੇ ਨਾ ਦੀਦਾਰ, ਤੇ ਨਾ ਗੁਰੂ ਧਾਰਨ ਕਰ ਸਕਿਆ। ਮਾਲਕ ਕਹਿੰਦੇ ਉਹਦਾ ਤੇ ਨਾਂ ਲੈਣਾ ਵੀ ਬੁਰਾ। ਤੇ ਮਨਾ ਕਿਤੇ ਅੱਖਾਂ ਕਰਕੇ, ਜ਼ੁਬਾਨ ਕਰਕੇ, ਹਿਰਦੇ ਕਰਕੇ ਕਿਤੇ ਉਸ ਗੁਰੂ ਦੇ ਦਰਸ਼ਨ ਦੀਦਾਰ ਕਰ, ਜਿਹੜਾ ਸਦੀਵ ਰਹਿਣ ਵਾਲਾ ਹੈ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਤਾਰਨ ਤਰਨ ਸਮਰੱਥ ਕਲ ਜੁਗ,
ਸੁਨਤ ਸਮਾਧ ਸ਼ਬਦ ਜਿਸ ਕੇਰੇ। ਫਿਰ ਭੱਟ ਨਲ ਜੀ ਕਹਿੰਦੇ ਗੁਰੂ ਗੁਰੂ ਗੁਰ ਕਰ ਮਨ ਮੇਰੇ। ਹੇ ਮੇਰੇ ਮਨਾ ਗੁਰੂ ਗੁਰੂ ਕਰ, ਮਤਲਬ ਜਪ। ਕਾਰਨ ਕਿਉਂਕਿ ਤਰਨ ਸਮਰੱਥ, ਉਹ ਤਰਨ ਔਰ ਤਾਰਨ ਦੇ ਸਮਰੱਥ ਹੈ। ਕਲਯੁਗ ਇਸ ਸਮੇਂ ਦੇ ਵਿੱਚ ਸੁਨਤ ਸਮਾਧ ਸ਼ਬਦ ਜਿਸ ਕੇਰੇ, ਜਿਸ ਨੂੰ ਸੁਣਦੇ ਆ ਨਾ ਸੁਰਤ ਜੁੜ ਜਾਂਦੀ, ਜਿਹਦੀ ਸਿੱਖਿਆ ਦੇ ਸਦਕਾ ਚਾਨਣ ਮਿਲਿਆ। ਉਹ ਚਾਨਣ ਦੇ ਨਾਲ ਕੀ ਹੋਇਆ? ਅਕਾਲ ਪੁਰਖ ਪਰਮੇਸ਼ਵਰ ਦੇ ਵੱਲ ਨੂੰ ਜਾਂਦਾ ਰਾਹ ਦਿਸਿਆ। ਹੁਣ ਉਸ ਮਾਰਗ ਤੇ ਤੁਰਿਆ ਕੀ ਹੋਏਗਾ? ਮਿਲਾਪ, ਮੇਲ ਕਿਹਦੇ ਨਾਲ? ਅਕਾਲ ਪੁਰਖ ਦੇ ਨਾਲ। ਚਾਨਣ ਦਿੱਤਾ ਗੁਰੂ ਦਾ। ਇਸੇ ਕਰਕੇ ਤੇ ਗੁਰੂ ਅਰਜਨ ਸਾਹਿਬ ਗੌਂਡ ਰਾਗ ਚ ਕਹਿੰਦੇ ਨੇ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਇ ਨਾ ਮੇਟੈ ਦਾਤ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਗੁਰ ਚਰਨੀ ਜਾ ਕਾ ਮਨ ਲਾਗੈ, ਦੁਖ ਦਰਦ ਭ੍ਰਮ ਤਾਕਾ ਪਾਕੈ। ਗੁਰ ਕੀ ਸੇਵਾ ਪਾਏ ਮਾਨ, ਗੁਰ ਉਪਰ ਸਦਾ ਕੁਰਬਾਨ। ਗੁਰ ਕਾ ਦਰਸ਼ਨ ਦੇਖ ਨਿਹਾਲ, गुर के सेवक की पूर्ण काल। गुर के सेवक को दुख ना व्यापै, गुर का सेवक दह दिश जापै। सारा कुछ वही है जिन्हें गुरु धारण किया। गुर की महिमा कथन न जाए, पार ब्रह्म गुर रहया समाए। कहो नानक जाके पूर्ण भाग, गुर चरनी ताका मन लाग। मना इस करके तेनू कहना गुरु गुरु गुर कर मन मेरे। गुरु अर्जन साहब कहते कहो नानक जाके पूरे भाग, गुर चरनी ताका मन लाग। जिहदे भाग चंगे ने ओदा मन ही गुरु दे चरनां नाल लगदा है। मना इसे करके तेनू आखिया गुरु गुरु गुर कर मन मोर, क्योंकि गुरु बिना मैं ना ही होर, दूजा है ही कोई नहीं जिहड़ा गुरु तो बिना तेनू संभाल सकदा होवे। किन्ने संभालना तेनू? किते अपने मनां नूं सवाल असीं करके ते वेखीए भी मना गुरु तो बिना तेनू सांभण वाला है कोई जिहड़ा तेनू सहारा दे देगा, जिहड़ा तेनू डोलदे नूं रख लेगा, तेनू डिगदे नूं संभाल लेगा, तेनू डिगे नूं चुक लेगा। किहड़ा? इत्थे ते दुनिया तेनू डिगण नूं फिरदी है, डेग के चुकण वाला कोई नहीं सिवाए गुरु तो। गुरु है जेड़ा तेनू सहारा दे के बुलंदियां वाले पासे लेके जा रहा है। दुनिया जेड़ी तेनू थले सुट रही है ते तू भरोसा किहदे ते रख के बैठा? मन नू कदे सवाल करके पुछो ते सही, मना की तेरे कोल गुरु तो बिना कोई होर है जेड़ा तेनू संभाल सकदा होवे? ते शायद मन किते झंझोड़िया जाए, मन नू समझ लग जाए ते साडा मन भी कह उठे गुरु बिना मैं नहीं होर। ते किते इनू समझ लग जाए भी सचमुच गुर की टेक रहो दिन रात, जाकी कोई ना मेटा दा है ही नहीं कोई दूजा जेड़ा गुरु दी दित्ती होई दात नू भी मेट सकदा होवे। मना किते धारण ते कर, गुरु नू चेते ते कर। इदां चेते करी गुर परमेश्वर एको जान, इको समझ के गुरु नू ते रब नू इदां समझ के चेता करी भी इको ही है। जो तिस भावै सो परवान, जो ओनू पाउंदा ओ तैनू पाउंदा होवे। मना फिर तेरा गुरु गुरु कीता भी सफल है, क्योंकि जिहदा गुरचरनी जाका मन लागे, दुख दर्द भ्रम ताका भागै। ओदा दुख, ओदे दर्द, ओदियां भटकनावां चलियां जांदियां ने। जिहदा मन गुरु चरनां विच जुड़ जांदा है, आही जे ताਰਨ ਸਮਰੱਥ। गुरु जे तरन और तारण दे समर्थ
ਕਲਯੁਗ ਇਸ ਸਮੇਂ ਦੇ ਵਿੱਚ ਸੁਣਤ ਸਮਾਧ ਸ਼ਬਦ ਜਿਸ ਕੇਰੇ, ਜਿਹਦਾ ਸ਼ਬਦ ਸੁਣਦਿਆਂ ਸਮਾਧੀ ਲੱਗ ਜਾਂਦੀ, ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ, ਦੁੱਖਾਂ ਤੋਂ ਬਚਾਅ ਹੋ ਜਾਂਦਾ, ਜੀਵ ਤਕਲੀਫਾਂ ਤੋਂ ਵਿਪਤਾਵਾਂ ਤੋਂ ਬਚ ਜਾਂਦਾ। ਪਰ ਬਚਦਾ ਉਹੀ ਹੈ ਜਿਨਨੇ ਕਵੀ ਨਲ ਜੀ ਦੇ ਬਚਨਾਂ ਨੂੰ ਆਪਣੇ ਹਿਰਦੇ 'ਚ ਵਸਾ ਲਿਆ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਜਿਨਨੇ ਗੁਰੂ ਗੁਰੂ ਕਰਨਾ ਸ਼ੁਰੂ ਕਰ ਲਿਆ। ਭੱਟ ਨਲ ਜੀ ਦੇ ਕਹਿਣ ਉੱਤੇ ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਚਰਨਾਂ 'ਚ ਜੋੜ ਲਿਆ ਨਾ, ਤੇ ਉਹੀ ਇੱਥੋਂ ਤੱਕ ਪਹੁੰਚੇ। ਸੁਨਤ ਸਮਾਧ ਸ਼ਬਦ ਜੇ ਸਕੀਰੈ, ਸਮਾਧੀ ਤੇ ਉਹਨਾਂ ਦੀ ਲੱਗੀ ਜਿਨ੍ਹਾਂ ਨੇ ਸੁਣਿਆ। ਨਹੀਂ ਇਦੋਂ ਪਹਿਲਾਂ ਉਹੀ ਭੱਟ ਨਾਲੇ ਜੀ ਕਹਿ ਕੇ ਆਏ ਕਿ ਜਿਨਨੇ ਨਾ ਦੇਖਿਆ ਨਾ ਕੀਤਾ ਉਹਨਾਂ ਦਾ ਆਉਣਾ ਅਕਿਆਥ ਹੈ। ਤੇ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਸੁਣਿਆ ਕੋਈ ਨਹੀਂ, ਉਹ ਕਿੱਥੋਂ ਪ੍ਰਵਾਣੇ ਜਾਣਗੇ। ਸੁਣਨਾ ਤੇ ਮਨ ਨਹੀਂ ਹੈ ਨਾ, ਤੇ ਮਨਾਂ ਜਿਨਨੇ ਸੁਣ ਲਿਆ, ਜਿਨ੍ਹਾਂ ਦੇ ਮਨਾਂ ਨੇ ਸੁਣ ਲਿਆ, ਸਮਾਧੀ ਉਹਨਾਂ ਦੀ ਲੱਗੀ, ਉਹੀ ਪਰਮੇਸ਼ਵਰ ਦੇ ਵਿੱਚ ਲੀਨ ਹੋਏ। ਹੁਨ ਦੁਖਨ ਨਾਸ ਸੁਖਦਾਇਕ ਸੂਰ, ਜੋ ਤਰਤ ਧਿਆਨ ਬਸਤ ਤਿਹ ਨੇਰੇ। ਪੂਰ ਪੁਰਖ ਹਿਰਦੈ ਹਰ ਸਿਮਰਤ, ਮੁਖ ਦੇਖਤ ਅਗ ਜਾਹੇ ਪਰੇਰੇ। ਫਿਰ ਕਹਿੰਦੇ ਆ ਗੁਰੂ ਗੁਰੂ ਕਰਨ ਦਾ ਲਾਭ ਜੇ, ਜਿਨ੍ਹਾਂ ਦਾ ਮਨ ਗੁਰੂ ਗੁਰੂ ਕਰਦਾ ਉਹਨੂੰ ਆ ਲਾਭ ਮਿਲਦਾ। ਫੁਨ ਦੁਖਨ ਨਾਸ, ਸੁਖਦਾਇਕ ਸੂਰਾ, ਜੋ ਧਰਤ ਧਿਆਨ ਬਸਤ ਤਿਹ ਨੇਰੇ। ਸੁਖਦਾਇਕ ਸੂਰਾ ਮਤਲਬ ਸੁੱਖਾਂ ਦਾ ਬੜਾ ਵੱਡਾ ਸੂਰਮਾ, ਜਿਹੜਾ ਉਹ ਦੁੱਖਾਂ ਦਾ ਨਾਸ਼ ਕਰਨ ਵਾਲਾ ਇੱਕ ਸੂਰਮਾ ਬਣ ਕੇ ਨਾ, ਜਦੋਂ ਸਾਡਾ ਮਨ ਗੁਰੂ ਗੁਰੂ ਕਰਦਾ ਹੈ। ਗੁਰੂ ਇੱਕ ਬੜਾ ਵੱਡਾ ਯੋਧਾ ਹੈ, ਗੁਰੂ ਇੱਕ ਬੜਾ ਵੱਡਾ ਸੂਰਮਾ ਹੈ। ਜਦੋਂ ਮਨ ਨੇ ਗੁਰੂ ਗੁਰੂ ਕਰਨਾ ਸ਼ੁਰੂ ਕੀਤਾ, ਗੁਰੂ ਸਾਡੇ ਕੋਲ ਆ ਕੇ ਸਾਡਾ ਰੱਖਿਅਕ ਬਣ ਕੇ ਖੜੋ ਗਿਆ। ਸੂਰਮਾ ਹੁਣ ਜਦੋਂ ਗੁਰੂ ਰੱਖਿਅਕ ਬਣ ਕੇ ਖੜੋਤਾ ਨਾ, ਫੁਨ ਦੁਖਨ ਨਾਸ਼, ਜੇ ਦੁੱਖ ਹਮਲਾ ਕਰਦੇ ਤੇ ਗੁਰੂ ਮੁਕਾਬਲਾ ਕਰਦਾ। ਜੇ ਦੁੱਖ ਸਾਡੇ ਉੱਤੇ ਆਉਣਗੇ, ਤਕਲੀਫਾਂ ਆਉਣਗੀਆਂ, ਤੇ ਗੁਰੂ ਕੀ ਕਰੇਗਾ? ਉਹਨਾਂ ਦਾ ਟੱਕਰਾ। ਪਰ ਵਸਦਾ ਉਹਨਾਂ ਦੇ ਨੇੜੇ ਹੀ ਹੈ ਜੋ ਤਰਤ ਧਿਆਨ, ਜਿਹੜਾ ਧਿਆਨ ਧਰਦਾ। ਬਸਤ ਤੇ ਨੇਰੇ, ਕਹਿੰਦੇ ਗੁਰੂ ਉਹਨਾਂ ਦੇ ਨਜ਼ਦੀਕ ਹੀ ਵਸਦਾ। ਸੂਰਮਾ ਬਣ ਕੇ ਤੇ ਗੁਰੂ ਉਹਨਾਂ ਦਾ ਰਖਵਾਲਾ ਬਣ ਕੇ ਖੜੋਂਦਾ, ਉਹਨਾਂ ਦਾ ਰਾਖਾ ਬਣ ਕੇ ਰਾਖੀ ਕਰਦਾ। ਜਿਹੜੇ ਧਿਆਨ ਧਰਦੇ ਨੇ ਗੁਰੂ ਦਾ, ਫਿਰ ਉਹਨਾਂ ਦੇ ਜੀਵਨ ਵਿੱਚ ਆਉਣ ਵਾਲੇ ਦੁੱਖਾਂ ਦਾ ਮੁਕਾਬਲਾ ਗੁਰੂ ਕਰਦਾ। ਜੇ ਸਾਡੀ ਚਿੰਤਾ ਮੁੱਕ ਜਾਂਦੀ ਹੈ, ਫਿਰ ਹੁੰਦਾ ਕੀ ਹੈ? ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੇ ਕਰ ਆਪਣੇ, ਸਾਸ ਸਾਸ ਬ੍ਰਤ ਪਾਲੇ। ਹਾਥ ਦੇ ਰਾਖੇ ਕਰ ਆਪਣੇ, ਆਪਣੇ ਕਰਕੇ ਹੱਥ ਦੇ ਕੇ ਰੱਖਦਾ। ਤੇ ਰੱਖਦਾ ਕਿੱਦਾਂ? ਸਾਸ ਸਾਸ ਬ੍ਰਤ ਪਾਲੇ, ਇੱਕ ਇੱਕ ਸਾਸ ਸੰਭਾਲ ਕਰਦਾ। ਤੇ ਹੁਣ ਜੇ ਮੈਂ ਗੁਰੂ ਨੂੰ ਚੇਤੇ ਹੀ ਨਾ ਕੀਤਾ ਹੋਵੇ, ਧਿਆਨ ਹੀ ਨਾ ਗੁਰੂ ਦਾ ਧਰਿਆ ਹੋਵੇ, ਗੁਰੂ ਤੇ ਮੇਰੇ ਨੇੜੇ ਨਹੀਂ ਨਾ ਵਸਦਾ। ਤੇ ਜਿੰਨਾ ਚਿਰ ਗੁਰੂ ਨੇੜੇ ਨਹੀਂ ਵਸਦਾ, ਉਹ ਸਾਸ ਸਾਸ ਬ੍ਰਤ ਪਾਲੇ ਕਿੱਦਾਂ ਬ੍ਰਤ ਪਾਲਣਾ ਕਰੇਗਾ? ਉਹ ਸਾਡੀ ਰਾਖੀ ਤੇ ਉਦੋਂ ਹੀ ਕਰੇਗਾ ਨਾ ਜਦੋਂ ਅਸੀਂ ਉਹਨੂੰ ਰਖਵਾਲਾ ਬਣ ਕੇ ਉਹਨੂੰ ਚੇਤੇ ਕੀਤਾ ਹੋਏਗਾ। ਤਾਂ ਹੀ ਤੇ ਮਾਲਕ ਕਹਿੰਦੇ ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰਜਾਮੀ। ਜਦੋਂ ਉਹ ਸੁਆਮੀ ਰਖਵਾਲਾ ਬਣ ਜਾਂਦੇ ਨਾ, ਫਿਰ ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਹੁਣ
ਬਾਤ ਤੇ ਤਾਂ ਹੀ ਹੈ ਨਾ, ਜੇ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਜੇ ਦ੍ਰਿੜ ਕੀਤਾ ਹੋਏਗਾ ਤੇ ਤਾਂ ਹੀ ਨਾ ਗੁਰੂ ਦਾ ਚਿੰਤਨ ਕੀਤਾ ਹੋਏਗਾ। ਭੱਟ ਨਲ ਜੀ ਸਾਫ਼ ਲਫ਼ਜ਼ਾਂ 'ਚ ਸ਼ਬਦ ਵਰਤਦਿਆਂ ਕਹਿ ਰਹੇ, ਕਹਿੰਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਕਿਉਂਕਿ ਸੁਖਦਾਇਕ ਸੂਰੋ, ਜਿਹੜਾ ਸੁਖ ਦੇਣ ਵਾਲਾ ਬੜਾ ਵੱਡਾ ਸੂਰਮਾ ਗੁਰੂ ਹੈ, ਉਹ ਉਹਨਾਂ ਦੇ ਨਜ਼ਦੀਕ ਵਸਣ ਲੱਗ ਜਾਂਦਾ ਹੈ। ਜੋ ਧਰਤ ਧਿਆਨ, ਜਿਹੜੇ ਆਪਣਾ ਧਿਆਨ ਉਹਦੇ ਚਰਨਾਂ ਨਾਲ ਜੋੜ ਲੈਂਦੇ ਨੇ, ਬਸਤ ਤੇਹ ਨੇਰੇ, ਉਹਨਾਂ ਦੇ ਨਜ਼ਦੀਕ ਫਿਰ ਆਪ ਗੁਰੂ ਸਾਹਿਬ ਰਹਿੰਦੇ ਨੇ। ਪੂਰਾ ਪੁਰਖ ਹਿਰਦੈ ਹਰ ਸਿਮਰਤ, ਫਿਰ ਗੁਰੂ ਪੂਰਨ ਪੁਰਖ ਹੈ ਜਿਨ੍ਹਾਂ ਨੇ ਦਿਨ ਰਾਤ ਉਸ ਪਰਮੇਸ਼ਵਰ ਨੂੰ ਉਹਨੂੰ ਚੇਤੇ ਕੀਤਾ। ਗੁਰੂ ਗੁਰੂ ਜਿਨੇ ਜਪਿਆ, ਮਾਲਕ ਜੀ ਕਹਿੰਦੇ ਹਰ ਸਿਮਰਤ ਮੁਖ ਦੇਖਤ ਅੱਖ ਜਾਹੇ ਪਰੇਰੇ, ਜਿਹੜਾ ਫਿਰ ਗੁਰੂ ਗੁਰੂ ਰੱਬ ਰੱਬ ਕਰਦਾ, ਉਹਨਾਂ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ। ਜਿਨ੍ਹਾਂ ਨੇ ਆਪਣੇ ਜੀਵਨ ਅੰਦਰ ਗੁਰੂ ਦੀ ਆਰਾਧਨਾ ਕੀਤੀ, ਗੁਰੂ ਨੂੰ ਧਿਆਉਣਾ ਕੀਤਾ। ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਫਿਰ ਭੱਟ ਜੀ ਨੇ ਨਾ ਮਨ ਨੂੰ ਪੁੱਛਿਆ, ਕਿਤੇ ਆਪਾਂ ਵੀ ਪੁੱਛ ਲਈਏ ਵੀ ਮਨਾ ਤੈਨੂੰ ਚੰਗੀ ਬੁੱਧੀ ਚਾਹੀਦੀ ਹੈ? ਕੀ ਮਨਾ ਤੈਨੂੰ ਅਲੌਕਿਕ ਤਾਕਤ ਚਾਹੀਦੀ, ਸ਼ਕਤੀਆਂ ਚਾਹੀਦੀਆਂ ਤੈਨੂੰ? ਤੇ ਮਨ ਨੇ ਕੀ ਕਹਿਣਾ? ਬੁੱਧੀ ਵੀ ਚੰਗੀ ਚਾਹੀਦੀ ਤੇ ਅਲੌਕਿਕ ਸ਼ਕਤੀਆਂ ਵੀ ਚਾਹੀਦੀਆਂ। ਤੇ ਭੱਟ ਜੀ ਨੇ ਜਦੋਂ ਪੁੱਛਿਆ, ਮਨ ਨੇ ਹਾਮੀ ਭਰੀ, ਕਹਿੰਦਾ ਜੀ ਹਾਂ ਚਾਹੀਦੀ ਹੈ, ਅਲੌਕਿਕ ਬੁੱਧੀ ਵੀ ਚਾਹੀਦੀ ਹੈ, ਤਾਕਤ ਵੀ ਚਾਹੀਦੀ। ਫਿਰ ਭੱਟ ਜੀ ਨੇ ਇੱਕ ਸ਼ਰਤ ਰੱਖੀ, ਕਹਿੰਦੇ ਇੱਕ ਸ਼ਰਤ ਹੈ। ਪਰ ਮਨ ਕਹਿੰਦਾ ਦੱਸੋ? ਕਹਿੰਦੇ ਤੈਨੂੰ ਗੁਰੂ ਗੁਰੂ ਕਰਨਾ ਪੈਣਾ, ਫਿਰ ਮਿਲੇਗਾ। ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਮਨਾ ਜੇ ਤੂੰ ਚੰਗੀ ਬੁੱਧੀ ਰਿੱਧੀਆਂ ਤੇ ਸਿੱਧੀਆਂ ਚਾਹੁੰਨੇ? ਮਨ ਕਹਿੰਦਾ ਹਾਂ ਚਾਹੁੰਨਾ। ਤੇ ਅੱਗੋਂ ਕੀ ਕਿਹਾ? ਫਿਰ ਗੁਰੂ ਗੁਰੂ ਗੁਰ ਕਰ ਮਨ ਮੇਰੇ। ਮਨਾਂ ਤਾਂ ਮਿਲਣਗੀਆਂ ਜੇ ਕਿਤੇ ਤੈਨੂੰ ਗੁਰੂ ਗੁਰੂ ਕਰਨਾ ਆ ਜਾਏ। ਜੇ ਤੂੰ ਗੁਰੂ ਗੁਰੂ ਕਰਨ ਲੱਗ ਜਾਏ, ਫਿਰ ਹਰ ਰਿੱਧ ਹਰ ਬੁੱਧ ਰਿੱਧ ਸਿੱਧ ਇਹ ਸਾਰਾ ਕੁਝ ਹੀ ਤੈਨੂੰ ਮਿਲ ਜਾਏਗਾ। ਜਿਹਨੂੰ ਸਤਿਗੁਰੂ ਨੇ ਆਖਿਆ ਸੀ ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਤਰਹਿ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਮਨਾ ਉਦਣ ਹੀ ਮਿਲਣਗੀਆਂ ਜਿੱਦਣ ਤੈਨੂੰ ਹਰੀ ਹਰੀ ਕਰਨਾ ਆ ਜਾਏਗਾ, ਜਿੱਦਣ ਗੁਰੂ ਗੁਰੂ ਕਰਨਾ ਆ ਜਾਏਗਾ। ਬਸ ਉਸ ਦਿਨ ਬੁੱਧੀ ਰਿੱਧੀ ਔਰ ਸਿੱਧੀ ਇਹ ਸਾਰਾ ਕੁਝ ਤੈਨੂੰ ਮਿਲ ਜਾਏਗਾ। ਪਰ ਆ ਸ਼ਰਤ ਹੈ ਕਿਤੇ ਤੈਨੂੰ ਗੁਰੂ ਗੁਰੂ ਕਰਨਾ ਆ ਜਾਏ ਜਾਂ ਗੁਰੂ ਗੁਰੂ ਕਰਨ ਦੀ ਜਾਚ ਸਿੱਖ ਲਾ, ਉਦੋਂ ਬਾਅਦ ਵਿੱਚ ਆ ਸਾਰਾ ਕੁਝ ਤੈਨੂੰ ਮਿਲਣਾ। ਇਸੇ ਲਈ ਨਾ ਅੱਜ ਭੱਟ ਜੀ ਨੇ ਬੜਾ ਪਿਆਰਾ ਜ਼ਿਕਰ ਗੁਰੂ ਦੀ ਮਹਾਨਤਾ ਮਹੱਤਤਾ ਜੋ ਸਾਨੂੰ ਦੱਸੀ ਕਿ ਗੁਰੂ ਤੋਂ ਬਿਨਾਂ ਹਨੇਰਾ, ਤੇ ਅਸੀਂ ਘੁੱਪ ਹਨੇਰੇ ਗਾਫਲਤਾ 'ਚ ਫਸੇ ਬੈਠੇ ਹਾਂ। ਗੁਰੂ ਧਾਰਨ ਕਰਾਂਗੇ ਤੇ ਇਸ ਗਾਫਲਤਾ ਵਿੱਚੋਂ ਬਚਾਂਗੇ, ਅਗਿਆਨਤਾ ਤੋਂ ਬਾਹਰ ਨਿਕਲਾਂਗੇ ਤੇ ਚਾਨਣ ਵਾਲੇ ਪਾਸੇ ਤੁਰਾਂਗੇ। ਮਨ ਨੂੰ ਜੇ ਕਿਤੇ ਗੁਰੂ ਗੁਰੂ ਕਰਨਾ ਆ ਜਾਏ ਤੇ ਗੁਰੂ ਐਸੀ ਤਾਕਤ ਐਸੀ ਸਮਰੱਥਾ ਹੈ ਕਿ ਗੁਰੂ ਆਪ ਤਰਨ ਔਰ ਤਾਰਨ ਦੇ ਸਮਰੱਥ ਹੈ। ਮਨਾ ਕਿਤੇ ਗੁਰੂ ਧਾਰਨ ਕਰ ਲਾ, ਤੈਨੂੰ ਵੀ ਪਾਰ ਲੰਘਾ ਦੇਗਾ, ਸੰਸਾਰ ਸਮੁੰਦਰ ਤੂੰ ਵੀ ਤਰ ਜਾਏਗਾ। ਸਤਿਗੁਰੂ ਕਿਤੇ ਰਹਿਮਤ ਕਰਨ, ਕਿਤੇ ਸਾਡੇ ਮਨਾਂ ਨੂੰ ਵੀ ਗੁਰੂ ਗੁਰੂ ਕਰਨ ਦੀ ਜਾਚ ਆ ਜਾਏ ਤੇ ਗੁਰੂ ਪਾਤਸ਼ਾਹ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ, ਗੁਰੂ ਦੇ ਦਿੱਤੇ ਹੋਏ ਗਿਆਨ ਦੇ ਅਨੁਸਾਰ ਕਿਤੇ ਮਨ ਨੂੰ ਚੱਲਣ ਦੀ ਜਾਚ ਆ ਜਾਏ, ਜਾਂ ਤਾਂ ਜੋ ਗੁਰੂ ਦੇ ਦਰਸਾਏ ਮਾਰਗ ਤੇ ਚੱਲਦਾ ਹੋਇਆ ਹਿਰਦਾ, ਚੱਲਦਾ ਹੋਇਆ ਮਨ ਗਿਆਨ ਦਾ ਇੱਕ ਬੜਾ ਵੱਡਾ ਭੰਡਾਰ ਬਣ ਕੇ ਅਕਾਲ ਪੁਰਖ ਪਰਮੇਸ਼ਵਰ ਨਾਲ ਆਪਣਾ ਮੇਲ ਬਣਾ ਸਕੇ ਤੇ ਮਨ ਸਾਡਾ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏ, ਤਰ ਜਾਏ ਇਸ ਭਵ ਸਾਗਰ ਤੋਂ, ਭਉ ਜਲ ਸਾਗਰ ਤੋਂ, ਜਿਹੜਾ ਮਨ ਦਿਨ ਰਾਤ ਵਿਕਾਰਾਂ ਵਿੱਚ ਫਸਿਆ ਬੈਠਾ ਹੈ। ਸਤਿਗੁਰੂ ਅੱਗੇ ਹਰ ਵਕਤ ਅਰਦਾਸ ਇਹ ਅਰਜ਼ੋਈ ਕਰਦੇ ਰਿਹਾ ਕਰੋ।
ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਸਤਿਗੁਰੂ ਪਾਤਸ਼ਾਹ ਮਿਹਰ ਕਰਨ ਕਿਤੇ ਸਾਡਾ ਹਿਰਦਾ ਵੀ ਗੁਰੂ ਸਾਹਿਬ ਦੇ ਦਰਸਾਏ ਮਾਰਗ ਉੱਤੇ ਚੱਲਣ ਦਾ ਪੰਧ ਹੀ ਬਣ ਜਾਏ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਅੱਜ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਪੂਰਬ ਪੁਰਖ ਹਿਰਦੈ ਹਰਿ ਸਿਮਰਤ, ਮੁਖ ਦੇਖਤ ਅਗ ਜਾਹੇ ਪਰੇਰੇ। ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ